30 ਮਾਰਚ 2022 ਨੂੰ ਵਰਲਡ ਪੰਜਾਬੀ ਸੈਂਟਰ 'ਚ ਗਲੋਬਲ ਪੰਜਾਬ ਪੰਜਾਬੀ ਅਤੇ ਪੰਜਾਬ ਵਿਸ਼ੇ ਨਾਲ ਸੰਬੰਧਿਤ ਪ੍ਰੋਗਰਾਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਭਾਈ ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੇ ਕੀਤੀ। ਮੁੱਖ ਵਕਤਾ ਵਜੋਂ ਸਰਦਾਰ ਅਵਤਾਰ ਸਿੰਘ ਇੰਗਲੈਂਡ ਨੇ ਭੂਮਿਕਾ ਨਿਭਾਈ। ਭਾਈ ਮਨਜੀਤ ਸਿੰਘ ਜੀ ਨੇ ਕਿਹਾ ਕਿ ਜਦੋਂ ਤੱਕ ਗੁਰਬਾਣੀ, ਅਰਦਾਸ ਤੇ ਗੁਰੂ ਦਾ ਮੱਤ ਸਾਡੇ ਕੋਲ ਹੈ, ਉਦੋਂ ਤੱਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗੀ। ਸਰਦਾਰ ਅਵਤਾਰ ਸਿੰਘ ਜੀ ਨੇ ਸਮਕਾਲੀਨ ਸਥਿਤੀਆਂ ਨੂੰ ਦੇਖਦਿਆਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਕੌਮ ਦੇ ਪ੍ਰਵਾਸ ਬਾਰੇ ਚਿੰਤਾ ਪ੍ਰਗਟ ਕਰਦਿਆਂ ਇਸ ਦੇ ਪ੍ਰਤੀ ਜਾਗਰੂਕ ਕਰਵਾਇਆ। ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾਕਟਰ ਬਲਕਾਰ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਧਰਮ ਤੇ ਅਕਾਦਮਿਕਤਾ ਵਿਚਕਾਰ ਅਸੰਤੁਲਨ ਖਿਲਾਫ ਸੰਬੰਧੀ ਚਿੰਤਾ ਪ੍ਰਗਟ ਕੀਤੀ। ਇਸੇ ਤਰ੍ਹਾਂ ਡਾਕਟਰ ਮਨਜੀਤ ਸਿੰਘ, ਡਾਕਟਰ ਜਸਵਿੰਦਰ ਸਿੰਘ ਤੇ ਕੇਹਰ ਸਿੰਘ ਜੀ ਨੇ ਗਲੋਬਲ ਪੰਜਾਬ ਪੰਜਾਬੀ ਅਤੇ ਪੰਜਾਬ ਵਿਸ਼ੇ ਸੰਬੰਧੀ ਆਪਣੇ ਮਤ ਸਾਂਝੇ ਕੀਤੇ। ਇਸ ਸਮੇਂ ਮੀਡੀਆ ਕਵਰੇਜ ਸੱਤ ਸਮੁੰਦਰ ਪਾਰ ਗਲੋਬਲ ਨਿਊਜ਼ ਚੈਨਲ ਤੇ ਟੀਵੀ ਨਿਊਜ਼ ਚੈਨਲ ਸਰਦਾਰ ਇੰਦਰਜੀਤ ਸਿੰਘ ਜੀ ਨੇ ਕੀਤੀ। ਇਸ ਮੌਕੇ ਪਹੁੰਚੇ ਮਹਿਮਾਨ ਹਰੀ ਸਿੰਘ ਬੋਪਾਰਾਏ, ਪਰਮਜੀਤ ਸਿੰਘ, ਗੁਰਤੇਜ ਸਿੰਘ, ਧਰਮਿੰਦਰ ਸਿੰਘ, ਬਲਬਿੰਦਰ ਸਿੰਘ, ਗੁਰਤੇਗ ਸਿੰਘ, ਪਵਜੋਤ ਸਿੰਘ ਪਹੁੰਚੇ। ਮਲਟੀਕਲਚਰ ਵਿੱਚ ਜਿਵੇਂ ਜਾ ਕੇ ਕਾਮਯਾਬ ਹੋਏ ਆ, ਉਹ ਪੰਜਾਬ 'ਚ ਨਹੀਂ ਹੋ ਪਾ ਰਹੇ। ਸਿੱਖ ਕਲਕੱਤੇ ਵਿੱਚ ਬੈਠਾ ਜਿੰਨਾ ਕਾਮਯਾਬ ਹੈ, ਦਿੱਲੀ ਵਿੱਚ ਜਿੰਨਾ ਕਾਮਯਾਬ ਹੈ, ਉਹ ਪੰਜਾਬ ਵਿੱਚ ਉਹਨਾਂ ਕਾਮਯਾਬ ਨਹੀਂ ਹੈ। ਹਾਲਾਂਕਿ ਅਸੀਂ ਪੰਜਾਬ ਗੁਰੂਆਂ ਦੀ ਧਰਤੀ ਹੈ, ਉਹਨੂੰ ਅਸੀਂ ਆਪਣੇ ਤੌਰ 'ਤੇ 3, 4, 5 ਵਾਰ ਵੰਡ ਕੇ ਵੀ ਮਤਲਬ ਉੱਥੇ ਬੈਠੇ ਹਾਂ ਉੱਥੇ। ਅਤੇ ਹੁਣ ਇਹਦੇ ਵਿੱਚ ਦੇਖਣਾ ਇਹ ਹੈ ਕਿ ਕਿਉਂ ਨਹੀਂ ਹੋ ਰਿਹਾ। ਇਹ ਨਹੀਂ ਹੈ ਵੀ ਕੋਈ ਧਰਮ ਦਾ ਹੈਗਾ ਸਾਡੇ ਕੋਲ ਪ੍ਰਚਾਰਕ, SCPC, ਅਕਾਲੀ ਦਲ, ਸਾਰੇ ਸਿੱਖੀ ਦੇ ਨਾਂ 'ਤੇ ਪੰਜਾਬ ਸਾਰਾ ਜਿਉਣ ਦੀ ਗੱਲ ਸਾਰੀ ਲੈ ਕੇ ਅਸੀਂ ਤੁਰ ਰਹੇ ਹਾਂ। ਉਹ ਸਾਰੀ ਗੱਲ ਦੇ ਹੁੰਦਿਆਂ ਦੇ ਬਾਵਜੂਦ ਜਿਹੜੀ ਸਿੱਖ ਅਕੈਡੈਮਿਕਸ ਉਹ ਐਸਟੈਬਲਿਸ਼ ਨਹੀਂ ਹੋ ਰਹੀ। ਜਸਵਿੰਦਰ ਨਾਲ ਗੱਲ ਹੋ ਰਹੀ ਸੀ ਮੇਰੀ ਸਵੇਰੇ ਵੀ, ਅਤੇ ਮਤਲਬ ਇਹਨਾਂ ਨੇ ਕੁਝ ਇਨਪੁੱਟ ਇਹ ਦੇ ਰਹੇ ਸਾਨੂੰ, ਉਦਾਸੀ ਸੀ ਇਸ ਗੱਲ ਦੀ ਕਿ ਚਲੋ ਜਿਹੜੀ ਸਿੱਖ ਅਕੈਡੈਮਿਕਸ ਆ ਉਹਦੀ ਉਮਰ ਵੀ ਬਹੁਤੀ ਲੰਬੀ ਨਹੀਂ, ਜਿਹੜੀ ਜੋ ਸਾਡੇ ਕੋਲ ਪ੍ਰਾਪਤ ਸੀ ਉਹ ਹਿਸਟਰੀ ਸਪੈਸੀਫਿਕ ਸੀਗਾ। ਸਾਨੂੰ ਇਤਿਹਾਸ ਦਾ ਪਤਾ ਸੀ, ਸਾਨੂੰ ਸਿਧਾਂਤ ਦਾ, ਬਾਣੀ ਦਾ ਉਸ ਤਰ੍ਹਾਂ ਨਹੀਂ ਸੀ ਪਤਾ। ਅਤੇ ਜਿਹੜਾ ਬਾਣੀ ਦਾ ਪਤਾ ਲੱਗਦਾ ਸੀ ਉਹ ਕਥਾ ਰਾਹੀਂ ਬਹੁਤ ਵਾਰ ਇਤਿਹਾਸ ਹੀ ਸੀ ਦੁਹਰਾਇਆ ਜਾ ਰਿਹਾ ਹੁੰਦਾ ਸੀਗਾ। ਬਾਣੀ ਦੀ ਸਪਿਰਿਟ ਜਿਹੜੀ ਹੈ ਉਹ ਇਤਿਹਾਸ ਪੁਸ਼ਟ ਕਰਨੀ, ਮਤਲਬ ਉਹਨਾਂ 'ਚ ਮਤਲਬ ਇਤਿਹਾਸ ਵਿੱਚ ਵੀ ਬੜਾ ਫਰਕ ਪੈ ਗਿਆ। ਵੀ ਜਦੋਂ ਫੌਜਾ ਸਿੰਘ, ਗਰੇਵਾਲ ਇਹ ਆਏ ਨੇ ਅਤੇ ਉਹਨਾਂ ਨੇ ਇਤਿਹਾਸ ਦਾ ਇੱਕ ਨਵਾਂ ਐਂਗਲ ਸਾਹਮਣੇ ਲਿਆਂਦਾ, ਵੈਸਟ ਦੇ ਪ੍ਰਭਾਵ ਵਿੱਚ ਜਿਹੜਾ ਆਉਣਾ ਸੀ। ਉਸ ਤੋਂ ਪਹਿਲਾਂ ਅਸੀਂ ਤੇ ਜਿਹੜੇ ਸਾਡੀ ਜਿਹੜੀ ਹੈਗੀ ਆ ਸਾਰੀ ਪਾਲਣਾ ਪੋਸਣਾ ਉਹ ਹੋਈ ਆ ਸੋਹਣ ਸਿੰਘ ਸੀਤਲ ਹੋਣਾ ਦੇ ਵੱਲੋਂ ਸੁਣਾਇਆ ਜਾਂਦਾ ਇਤਿਹਾਸ ਮੁਤਾਬਕ, ਅਤੇ ਮਸਕੀਨ ਵੱਲੋਂ ਸੁਣਾਈ ਜਾਂਦੀ ਕਥਾ ਮੁਤਾਬਕ। ਉਸ ਪਰੰਪਰਾ ਵਿੱਚ ਬਹੁਤ ਸਾਰੇ ਬੰਦੇ ਅੱਗੇ ਆਏ, ਮਤਲਬ ਉਹ ਚਲੋ ਉਹ ਗੌਰਵ ਮਕਸੀਨ ਕੌਣ ਹੋ ਗਿਆ, ਇਸ ਚੱਕਰ 'ਚ ਆਪਾਂ ਬਹਿਣ ਦੀ ਲੋੜ ਨਹੀਂ। ਪਰ ਮੈਂ ਕਹਿਣਾ ਇਹ ਚਾਹੁੰਦਾ ਕਿ ਐਕੈਡੈਮਿਕਸ ਦੀ ਅਸੀਂ ਹੀ ਹਾਂ ਨਾ। ਐਕੈਡੈਮਿਕਸ ਵਿੱਚ ਜਦੋਂ ਮਤਲਬ ਪਹਿਲੀ ਵਾਰ ਅਸੀਂ ਮਿਸ਼ਨਰੀ ਕਾਲਜ ਗਏ ਹਾਂ, ਮੈਂ ਅਤੇ ਕੇਰ ਸਿੰਘ ਉਹਦੇ ਵਿੱਚ ਸ਼ਾਮਲ ਸੀਗੇ। ਉਦੋਂ 7 ਹੀ ਬੰਦੇ ਸਨ ਸਾਰੇ ਜਿਹੜੇ MA ਪਾਸ ਉੱਥੇ ਮਿਸ਼ਨਰੀ ਕਾਲਜ ਜਾਣਾ ਚਾਹੁੰਦੇ ਸਨ। ਓਪਨ ਕੋਈ ਹੈ ਹੀ ਨਹੀਂ ਸੀ। ਇਹ ਬੜਾ ਪ੍ਰੋਬਲਮ ਆਉਂਦੀ ਹੈ। ਪ੍ਰੋਬਲਮ ਇਸ ਕਰਕੇ ਆਉਂਦੀ ਹੈ ਵੀ ਰਿਸਪੌਂਸ ਕਿਹਨੂੰ ਕਿੰਨਾ ਮਿਲ ਰਿਹਾ ਹੈ। ਯਾਨੀ ਗੁਰਮਤਿ ਕਾਲ ਦਾ ਅਸੀਂ ਮਤਲਬ ਪ੍ਰਿੰਸੀਪਲ ਐਡਵਾਈਜ਼ਰ ਕੀਤਾ, ਵਾਕ ਇਨ ਇੰਟਰਵਿਊ ਰੱਖੀ, ਅਤੇ ਇੱਕੋ ਹੀ ਬੰਦਾ ਮਤਲਬ ਜਸਵੀਰ ਕੌਰ ਹੀ ਪੇਸ਼ ਹੋਈ। ਕੋਈ ਬੰਦਾ ਗਿਆ ਹੀ ਨਹੀਂ ਉੱਥੇ। ਉਹ ਚਲੋ ਉਹਦੇ ਪਿੱਛੇ ਸਿਆਸਤ ਸੀ, ਸਾਨੂੰ ਪਤਾ ਸੀ ਵੀ ਉਹ ਕੁਝ ਬੰਦੇ ਚਾਹੁੰਦੇ ਸਨ ਵੀ ਹੋਵੇ ਹੀ ਨਾ, ਸਿਲੈਕਸ਼ਨ ਹੋ ਗਈ, ਚਲੋ ਮੰਨ ਲੇਗਾ। ਮੇਰਾ ਮਤਲਬ ਇਹ ਹੈ ਕਿ ਅਸੀਂ ਰਿਸਪੌਂਡ ਹੀ ਨਹੀਂ ਕਰ ਪਾਏ। ਤਾਰਨ ਸਿੰਘ ਹੋਣੀ ਪਹਿਲੇ ਮਤਲਬ ਸਨ ਇੱਥੇ ਸਥਾਪਿਤ ਹੋਣ ਵਾਲੇ, ਅਤੇ ਉਹਨਾਂ ਦੀ ਬੈਕਗਰਾਊਂਡ ਜਿਹੜੀ ਸੀ ਉਹ ਬੜੀ ਕਮਾਲ ਸੀ। ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਤਾਰਨ ਸਿੰਘ ਨੂੰ ਜੋਤ ਸਿੰਘ ਹੋਣੀ ਨਹੀਂ ਲੈਣਾ ਚਾਹੁੰਦੇ ਸਨ, ਅਤੇ ਉਹ ਇੱਕ ਜੋਤ ਸਿੰਘ ਵਾਲਾ ਪੀਰੀਅਡ ਲੰਘਣ ਤੋਂ ਬਾਅਦ ਜਦੋਂ ਕਿਰਪਾਲ ਸਿੰਘ ਨਾਰੰਗ ਆਇਆ ਉਹ ਲੈਣਾ ਚਾਹੁੰਦਾ ਸੀ, ਕਿਉਂਕਿ ਮਤਲਬ ਉੱਥੇ ਫਗਵਾੜੇ ਕਾਲਜ ਮਤਲਬ ਕੇਰ ਸਿੰਘ ਤੋਂ ਪਹਿਲਾਂ ਉੱਥੇ ਨਾਰੰਗ ਵੀ ਸੀਗਾ ਅਤੇ ਉੱਥੇ ਤਾਰਨ ਸਿੰਘ ਵੀ ਸੀਗਾ, ਅਤੇ ਉਹ ਇੱਕ ਦੂਜੇ ਨੂੰ ਜਾਣਦੇ ਸਨ। ਅਤੇ ਜਦੋਂ ਤਾਰਨ ਸਿੰਘ ਨੇ ਇੱਥੇ ਆ ਵੀ ਗਿਆ, ਉਹਨੂੰ ਪ੍ਰੋਫੈਸਰ ਨਹੀਂ ਸੀ ਬਣ ਲੈਂਦੇ। ਮਤਲਬ ਇਹ ਹਾਲ 'ਤੇ ਹੋਈ। ਚਲੋ ਉਹ ਇਹ ਇੱਕ ਹੋਰ ਮੈਂ ਐਕੈਡੈਮਿਕਸ ਵਿੱਚ ਕੀ ਹੋ ਰਿਹਾ, ਜਦੋਂ ਤਾਰਨ ਸਿੰਘ ਨੂੰ ਪ੍ਰੋਫੈਸਰਸ਼ਿਪ ਆਫਰ ਹੋਈ ਵੀ ਤੂੰ ਆ ਜਾ, ਉਦੋਂ ਤਾਰਨ ਸਿੰਘ ਕਸ਼ਮੀਰ ਫਿਰਦਾ ਸੀ, ਉਹਨੂੰ ਪਤਾ ਨਹੀਂ ਮੇਰੀ ਇੰਟਰਵਿਊ ਹੋਣੀ ਆ, ਉਹਨੂੰ ਐਂ ਕਿਹੜੀ ਹੋਣੀ ਹੈ। ਉਹ ਵੀ ਫਕਰ ਆਦਮੀ ਸੀ, ਤਾਂ ਮੈਂ ਉਹਦੀ ਬਹੁਤ ਇੱਜ਼ਤ ਕਰਦਾ ਸੀ। ਚਲੋ ਐ ਨਹੀਂ ਹਾਂ। ਮੇਰਾ ਮਤਲਬ ਹੈ ਤਾਰਨ ਸਿੰਘ ਨਾਲ ਐਕੈਡੈਮਿਕ ਸਾਡੀ ਪੰਜਾਬੀ ਯੂਨੀਵਰਸਿਟੀ ਸ਼ੁਰੂ ਹੁੰਦੀ ਹੈ, ਬੜੀ ਖੂਬਸੂਰਤ ਹੁੰਦੀ ਹੈ। ਤਾਂ ਹੁਣ ਪਾ ਲਾ ਕੇ ਆਪਾਂ ਹੀ ਬੈਠੇ ਆ ਨਾ, ਆਹ ਪਰਮਜੀਤ ਬੈਠਾ, ਉਹ ਮਤਲਬ ਜਸਵਿੰਦਰ ਬੈਠਾ,
ਉੱਥੇ ਬੈਠਣ ਬੰਦੇ, ਅਤੇ ਉੱਥੇ ਵੀ ਅਸੀਂ ਜੋ ਹੋ ਰਿਹਾ ਉਹਦੇ ਵਿੱਚ ਸਾਡਾ ਤੁਸੀਂ ਘੱਟ ਪੁੱਛਾਂਗੇ ਉਹਨੂੰ ਦੱਸਾਂਗੇ। ਮੈਂ ਉਹ ਕੱਲ੍ਹ ਅਸੀਂ ਉੱਥੇ ਇਕੱਠੇ ਸੀ, ਜ਼ਫਰਨਾਮੇ ਦੇ ਹਵਾਲੇ ਨਾਲ ਜਿਹੜੀ ਜਿੱਤ ਮਤਲਬ ਗੱਲ ਇਹ ਕਹੀ ਜਾ ਰਹੀ ਸੀ ਵੀ ਅਸੀਂ ਸੂਈ ਜਨਰਸ ਹਾਂ, ਮਤਲਬ ਉਹ ਜਿਹੜਾ ਸਾਡੀ ਮਤਲਬ ਦੇਖਣਾ ਕੌਮੀਅਤ ਦਾ ਜਿਹੜਾ ਸਾਡਾ ਵਿਰਸਾ ਉਹ ਤਾਂ ਇਹ ਹੀ ਹੈ ਨਾ ਵੀ ਸਾਡੀ ਮਾਤਾ ਸਾਹਿਬ ਦੇਵਾਂ ਇੱਕ ਮਾਤਾ ਹੈ, ਇੱਕ ਪਿਤਾ ਹੈ ਅਤੇ ਇੱਕ ਵਾਸੀ ਹਾਂ ਅਸੀਂ, ਇਹ ਸੀ ਨਾ ਇੱਕ ਸਾਡੇ ਕੋਲ। ਪਰ ਉਹਨੂੰ ਜਦੋਂ ਆਧਾਰ ਕਾਰਡ ਦੇਣਾ ਅਸੀਂ ਕਿੱਥੇ ਰੱਖਣਾ ਹੈ, ਉਹ ਤਾਂ ਐਕੈਡੈਮਿਕ ਨੇ ਐਸਟੈਬਲਿਸ਼ ਕਰਨਾ ਹੈ ਨਾ, ਉਹ ਤਾਂ ਜਸਵਿੰਦਰ ਨੂੰ ਦੱਸਣਾ ਪਏਗਾ, ਪਰਮਜੀਤ ਨੂੰ ਦੱਸਣਾ ਪਏਗਾ ਨਾ, ਉਹ ਤਾਂ ਸਾਨੂੰ ਦੱਸਣਾ ਪਏਗਾ ਨਾ। ਅਸੀਂ ਨਹੀਂ ਦੱਸ ਪਾ ਰਹੇ ਨਾ ਉਹ ਵੀ ਇਹ ਜਿਹੜੀ ਦੇਸ਼ ਵਾਲੀ ਗੱਲ ਹੈ ਜਿਹੜੀ ਮਤਲਬ ਉਹ ਹੋਰ ਹੈ, ਦੂਜੀ ਹੋਰ ਹੈ। ਉਹ ਇਹ ਪ੍ਰੋਬਲਮ ਇੱਥੇ ਹੀ ਨਹੀਂ, ਇਹ ਗੁਰਦੁਆਰਾ ਐਕਟ ਵਿੱਚ ਵੀ ਪ੍ਰੋਬਲਮ ਹੈ। ਭਾਰਤ ਉਸ ਤਰ੍ਹਾਂ ਨਹੀਂ ਸੋਚ ਰਿਹਾ ਜਿਵੇਂ ਗੁਰਦੁਆਰਾ ਐਕਟ ਨੂੰ ਅਸੀਂ ਸੋਚ ਰਹੇ ਹਾਂ। ਸਾਨੂੰ ਗੁਰਦੁਆਰਾ ਐਕਟ ਜੋ ਦਿੰਦਾ ਹੈ ਉਹ ਸਾਨੂੰ ਕਾਨੂੰਨ ਨਹੀਂ ਦੇ ਰਿਹਾ। ਫੈਸਲੇ ਜਿਹੜੇ ਨੇ ਉਹ ਮਤਲਬ ਅਜੀਬ ਕਿਸਮ ਦੇ ਹੋਈ ਜਾਂਦੇ ਨੇ। ਮੈਂ ਇਹਦੇ ਨਾਲ ਇੱਕ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਕਿੱਥੇ ਹਾਂ। ਪੰਜਾਬ ਜਿਹੜਾ ਹੈ, ਪੰਜਾਬ ਜਿਹੜੀ ਸਪੈਸੀਫਿਕ ਜਿਹੜਾ ਪ੍ਰੋਬਲਮ ਅਸੀਂ ਖੜੀ ਕਰ ਰਹੇ ਹਾਂ ਉਹ ਅਸੀਂ ਮਤਲਬ ਕਿੱਥੇ ਆ। ਮੈਂ ਇਸ ਨੂੰ ਧਿਆਨ 'ਚ ਰੱਖ ਕੇ ਬਣਾਇਆ ਸੀ ਕਿ ਇਹ ਕਿਉਂਕਿ ਦੁਨੀਆ ਭਰ ਫਿਰਦੇ ਲੋਕ ਨੇ, ਮਤਲਬ ਹਰ ਕੋਈ ਰਿਕਾਰਡ ਹੁਣ ਜਿਹੜਾ ਮਤਲਬ ਤੇਰ ਸਿੰਘ ਨੇ ਪੁੱਛਿਆ ਇਹਦੇ ਕੋਲ ਹੈ, ਸਾਡੇ ਕੋਲ ਹੈ, ਮੇਰੇ ਕੋਲ ਹੈ ਨਹੀਂ, ਮਤਲਬ ਕੋਈ ਗੱਲ ਹੀ ਨਹੀਂ ਹੈ। ਹੁਣ ਇਹ ਹੈ ਕਿ ਹੁਣ ਜਿਹੜਾ ਹੱਲ ਹੈ ਇਹਦਾ, ਇਹ ਧਰਮ ਕੋਲ ਨਹੀਂ ਹੈ। ਇਸ ਤਰ੍ਹਾਂ ਧਰਮ ਨੇ ਤਾਂ ਉਹੀ ਸੁਣਾਉਣਾ ਹੈ ਜਿਵੇਂ ਕੱਲ੍ਹ ਸੁਣਾਇਆ ਜਾ ਰਿਹਾ ਸੀ, ਕਿਉਂਕਿ ਮਤਲਬ ਇਸ ਤਰ੍ਹਾਂ ਸੁਣਾਇਆ ਜਾ ਰਿਹਾ ਸੀ। ਉਹ ਸਾਰਾ ਤੁਸੀਂ ਵੀ ਦੇਖਿਆ, ਮੈਂ ਵੀ ਦੇਖਿਆ, ਮੈਨੂੰ ਲੱਗਦਾ ਸੀ ਲਾਊਡ ਸੀਗਾ, ਪਰ ਉਹ ਲਾਊਡਨੈਸ ਹੈਗੀ ਹੈ ਸਾਡੇ ਕੋਲ ਧਰਮ 'ਚ। ਇਹ ਧਰਮ ਦੀ ਐਕੈਡੈਮਿਕਸ ਨੇ ਕਰਨਾ ਹੈ, ਯੂਨੀਵਰਸਿਟੀਆਂ ਵਿੱਚ ਸਥਾਪਿਤ ਹੋ ਗਈ ਹੈ ਅਤੇ ਮਤਲਬ ਉਹਨੂੰ ਸਾਨੂੰ ਦੇਖਣਾ ਪਏਗਾ। ਹੁਣ ਉਹਦੇ ਵਿੱਚ ਮੈਨੂੰ ਦੱਸ ਰਿਹਾ ਸੀ ਵੀ ਕਿੰਨੇ ਐਕਟਿਵਲੀ ਪਾਰਟੀਸਪੇਟ ਕਰ ਰਹੇ ਨੇ ਵੈਸਟ ਵਿੱਚ ਸਿੱਖ ਸਟੱਡੀਜ਼ 'ਤੇ। ਮੈਕਲੋਡਲਾ ਜਿਹੜੀ ਸ਼ੁਰੂ ਹੋਈ ਸੀ, ਮਤਲਬ ਉਹ 70 ਬੰਦੇ ਪਾਰਟੀਸਪੇਟ, ਸਾਨੂੰ ਉਹਦਾ ਬਹੁਤਾ ਪਤਾ ਹੀ ਨਹੀਂ ਹੈ। ਸਾਡੇ ਕੋਲ ਅਰਵਿੰਦ ਦੀ ਕਿਤਾਬ ਹੁਣ ਆਈ ਹੈ, ਹੁਣ ਇਹ ਦੇਖੋ ਨਾ ਆਹ ਕਿਤਾਬ ਆਈ, ਇਹ ਕਿਤਾਬ ਦੇ ਵਿੱਚ ਹੁਣ ਮਤਲਬ ਉਹਦਾ ਓਪਨਿੰਗ ਕੀ ਆ, ਓਪਨਿੰਗ ਇਹ ਹੈ ਕਿ ਜਿਹੜਾ ਸਿੱਖ ਲਿਟਰੇਚਰ ਪੈਦਾ ਹੋ ਰਿਹਾ ਉਹ thereby complicating our understanding of the relationship between spirituality and violence। ਹੁਣ ਸਾਨੂੰ ਜਿਹੜੀ ਹੈ ਨਾ ਮੈਨੂੰ ਅਜੇ ਐਫਰਟ ਕੀਤੀ ਸੀ, ਦੇਖੋ ਮਤਲਬ ਨਿਰਭੈ ਸਿੰਘ ਨੇ ਕਿਤਾਬ ਲਿਖੀ ਤਾਂ ਜੇ ਐਫਰਟ ਕੀਤੀ ਵੀ ਸਾਡੀ ਵਾਇਲੈਂਸ ਜਿਹੜੀ ਹੈ ਉਹ ਕਿਹੜੀ ਵਾਇਲੈਂਸ ਹੈ। ਉਹਨੇ ਕੋਸ਼ਿਸ਼ ਕੀਤੀ ਫਿਲਾਸੋਫੀਕਲ ਐਂਗਲ ਤੋਂ ਕੋਸ਼ਿਸ਼ ਕੀਤੀ, ਕਿਤਾਬ ਨਹੀਂ ਪੜ੍ਹੀ ਗਈ, ਮੇਰੇ ਕੋਲ ਵੀ ਉਵੇਂ ਪਈ ਆ, ਮੈਂ ਵੀ ਨਹੀਂ ਪੜ੍ਹੀ। ਹੁਣ ਇਹ ਫਿਲਾਸਫੀ ਦਾ ਸਟੂਡੈਂਟ ਹੈ, ਇਹਨੇ ਵੀ ਨਹੀਂ ਪੜ੍ਹੀ ਹੋਣੀ ਉਹ ਪੂਰੀ। ਹੁਣ ਇਹ ਮਤਲਬ ਅਸੀਂ ਇੰਟਰੈਕਟ ਵੀ ਨਹੀਂ ਕਰ ਪਾ ਰਹੇ। ਮਤਲਬ ਉਹਨੇ ਆਈਡੀਆ ਸ਼ੁਰੂ ਕੀਤਾ, ਬੜਾ ਵਧੀਆ ਆਈਡੀਆ ਸ਼ੁਰੂ ਕੀਤਾ ਵੀ ਸਾਡਾ ਸਪਿਰਿਚੁਅਲ ਐਂਗਲ ਜਿਹੜਾ ਇਹਦਾ ਵਾਇਲੈਂਸ ਦਾ ਉਹ ਆ ਹੈ, ਅਸੀਂ ਕਰਦੇ ਹਾਂ, ਸ਼ੁਗਰ 'ਤੇ ਲਿਆਵਾਂਗੇ ਭਾਵੇਂ ਮੁੜ ਕੇ, ਚਲੋ ਉਹਦਾ ਚੱਲਦਾ। ਹੁਣ ਹੁੰਦਾ ਕੀ ਹੈ ਵੀ ਸਾਡੇ ਕੋਲ ਹੁਣ ਇਸ ਵੇਲੇ ਗਾਹ ਪਿਆ ਹੋਇਆ। ਮੇਰੀ ਸਟੂਡੈਂਟ ਹੈ ਕਿ ਇੱਕ ਓਂਕਾਰ ਕਰੋ ਉੱਥੇ ਯੋਗੀ ਜੀ ਦੇ ਡੇਰੇ 'ਤੇ, ਸਾਰੇ ਜਾਣਦੇ ਨੇ, ਘੇਰ ਸਿੰਘ ਵੀ ਜਾਣਦਾ, ਸਾਰੇ ਬਹੁਤ ਬੰਦੇ ਜਾਣਦੇ ਨੇ, ਇੱਥੇ ਆਉਂਦੇ ਜਾਂਦੇ ਰਹੇ ਨੇ। ਉਹਦਾ ਮੈਨੂੰ ਅੱਜ ਹੀ ਈਮੇਲ ਆਈ ਹੈ ਇੱਕ ਵੀ ਜਿਹੜਾ ਯੂਕਰੇਨ ਦਾ ਗੁਰਦੁਆਰਾ ਓਡੇਸਾ ਹੈ, ਉੱਥੇ ਉਹ ਗੁਰਦੁਆਰੇ ਵਿੱਚੋਂ ਅਸੀਂ ਕਰਨਾ ਸੀਗਾ, ਟਰਾਂਸਪੋਰਟ ਕਰਨਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਅਤੇ ਉਹ ਟਰਾਂਸਪੋਰਟ ਕੀਤਾ 3 ਜਥੇਬੰਦੀਆਂ ਨੇ ਰਲ ਕੇ। ਇੱਕ ਜਿਹੜੇ ਯੂਨਾਈਟਿਡ ਸਿੱਖਸ ਨੇ ਉਹ ਸਨ ਇਹਦੇ ਵਿੱਚ, ਦੂਜੇ ਹੈ ਵੀ ਸਿੱਖ ਧਰਮਾ ਇੰਟਰਨੈਸ਼ਨਲ ਹੈ ਉਹਨਾਂ ਦਾ ਯੋਗੀ ਵਾਲਾ, ਉਹ ਸਨ ਔਰ ਜਿਹਨੂੰ ਉਹ ਰੈਪਰਜੈਂਟ ਕਰ ਰਹੀ ਹੈ। ਅਤੇ ਉਹ ਮੈਨੂੰ ਦੱਸ ਰਹੀ ਸੀ ਵੀ ਅਸੀਂ ਤੈਨੂੰ ਜਿਹੜਾ ਸ਼ੇਅਰ ਕਰਦਾ, ਜਿਹੜਾ ਫੋਟੋ ਵੀ ਭੇਜੀਆਂ ਹੋਈਆਂ ਉਹਨਾਂ ਨੇ ਉਹਦੇ ਵਿੱਚ। ਅਤੇ ਇੱਕ ਹੈ ਸਿੱਖ ਡਿਫੈਂਸ ਨੈਟਵਰਕ, ਉਹ ਰਲ ਕੇ ਉਹ ਮਤਲਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬ ਇੰਗਲੈਂਡ ਲੈ ਗਏ, ਮਤਲਬ ਇਹ ਇਨਫੋਰਮੇਸ਼ਨ ਦੇ ਰਹੇ ਨੇ ਉਹ। ਅਤੇ ਮਤਲਬ ਠੀਕ ਹੈ, ਹੁਣ ਇਹ ਐਕਟੀਵਿਟੀ ਹੋ ਰਹੀ ਹੈ ਨਾ, ਇਹ ਐਕਟੀਵਿਟੀ SCPC ਨੂੰ ਕਿਉਂ ਨਹੀਂ ਪਤਾ? ਜਾਂ ਇੱਕ ਓਂਕਾਰਗੜ੍ਹ ਜਿਹੜਾ ਮੈਨੂੰ ਦੱਸ ਰਹੀ ਹੈ, ਮਤਲਬ SCPC ਨੂੰ ਕਿਉਂ ਨਹੀਂ ਦੱਸ ਰਹੀ? ਅਕਾਲ ਤਖਤ ਦੇ ਜਥੇਦਾਰ ਨੂੰ ਕਿਉਂ ਨਹੀਂ ਦੱਸ ਰਹੀ? ਸਾਡਾ ਆਪੋ ਵੀ ਦੀ ਜਿਹੜੀ ਲੈਣ ਦੇਣ ਹੈ, ਜਿਹੜਾ ਸਾਡਾ ਮਤਲਬ ਇੰਟਰੈਕਸ਼ਨ ਆ, ਉਹਨੂੰ ਕੀ ਹੋ ਗਿਆ ਹੈ? ਮਤਲਬ ਇਹ ਹੈ ਜਿਹੜੀ ਗੱਲ ਮੈਂ ਮਤਲਬ ਲਿਆਉਂਦਾ ਸੀ। ਇੰਟਰੈਕਸ਼ਨ ਵਿੱਚ ਕਿਤੇ ਲੈਂਗੁਏਜ ਤਾਂ ਨਹੀਂ ਹਾਇਲ ਹੋਈ, ਇਹ ਵੀ ਆਪਾਂ ਨੂੰ ਮਤਲਬ ਕਰਨਾ, ਮੈਂ ਸਮਝਦਾ ਵੀ ਆਪਾਂ ਕਰਾਂਗੇ ਇਹ। ਹੁਣ ਸਵਾਲ ਇਹ ਹੈ ਕਿ ਇੱਕ ਹੋਰ ਆਈ ਈਮੇਲ, ਉਹਦਾ ਈਮੇਲ ਦਾ ਹੈਡਿੰਗ ਹੈ ਡੂ ਯੂ ਨੋ ਮਾਤਾ ਖੀਵੀ? ਮਾਤਾ ਖੀਵੀ ਗੁੱਡ। ਉਹਨੇ ਇੱਕ ਸੈੱਲ ਕਰਨਾ ਹੋਣਾ, ਦੱਸਣਾ ਹੋਣਾ, ਕੋਈ ਪੜ੍ਹੇਗਾ ਤਾਂ ਚਲੋ ਵੇਖ ਲਏਗਾ, ਪਰ ਉਹ ਜੋ ਮਾਤਾ ਖੀਵੀ ਨੂੰ ਜਿਹੜਾ ਨਹੀਂ ਜਾਣਦਾ ਉਹਦੇ ਵਾਸਤੇ ਤਾਂ ਇੰਪੋਰਟੈਂਟ ਹੋ ਗਈ ਉਹ।
मेरा मतलब है एफर्ट्स हो रही ने यूनाइटेड होने वास्ते, कोई कोऑर्डिनेशन नहीं है, एक दूजे का राबता नहीं है। वो राबता जो गवाचिया होया है वो मैं मतलब पुट करना चाहता सी। मैनूं पता है अवतार सिंह होनी मतलब इस गल नूं बड़े तेज ने तेन फड़ लैणगे तो मतलब असीं करांगे। ये सिख कंपेन वाले कर रहे हैं, इसका मतलब सिख कंपेन तो है पर सिख कंपेन के आउटपुट साडे सामने नहीं है। सिख कंपेन नूं साडा उन्हां दा जिहड़ा इनिशिएटिव है उन्होंने साडा रिस्पॉन्स जिहड़ा उन्हां विच आपू जी कोई सांझ नहीं बन पा रही। मतलब ये इस गल की मैं लिया चाहता सी। तो मैं समझदा है कि हैगा जसविंदर दसेगा, मैं समझदा कि जो कि हुण डिस्कशन होएगी आप मतलब सारे गल करने वास्ते बैठे ना भी असीं अकैडमिक्स नूं अपनी कित्थे लैके मैं इत्थे बैठा होया भी कोशिश कर रहा भी असीं जे अकैडमिक्स एस्टैबलिश कर लीए तो धर्म एस्टैबलिश अपने आप हो जाएगा, क्योंकि धर्म तो एस्टैबलिश होया ही होया। असीं उहदे नाल सैटिस्फाइड हाँ, सानूं गुरु का आसरा जिहड़ा उहदे च कोई भुलेखा नहीं है, उहदे च साडी कोई घाट भी नहीं है। तो उहदे च हुण ये गल है भी इस एंगल तो असीं एक प्रॉब्लम पोज की हुई है जिहड़ी मतलब तुहानूं इनविटेशन भेजी हुई सी भी ग्लोबल पंजाब, पंजाबी भाषा ते वर्तमान पंजाब, इन्हां दा आपो जी रिलेशनशिप है कित्थे, टुटदा कित्थे है, जोड़दा कित्थे है। मतलब ये असीं मतलब सारे जने जिहड़े सोच रहे हैं तो इस एंगल में देख रहे हैं। पहलों अवतार सिंह उन्होंने सरोपा देंगे, उस तो बाद केर सिंह होनी अवतार सिंह इंट्रोड्यूस करेंगे, फिर अवतार सिंह होनी अपना भाषण देंगे, फिर वो असीं कल्ला कल्ला जाना जाके कमेंट करांगे। और एक कमेंट जो है वो कोई ये जरूरी नहीं कि सानूं भाषण के बंधन में करना है, साडे कोल एक ओपन एंडेड है भी वेयर वी आर एंड वट वी आर एंड वाई वी आर। ये बारे सोचिए तो सही ना, ग्रैपल तो करिए या ना। असीं जो ग्रैपल ही नहीं करते तो असीं अपने अपने तौर पर तुरे रहने, अपनी अपनी संतुष्टि में उलझे हुए हैं या अपने अपने शिकवे में उलझे हुए हैं। तो चलो कोशिश करते हैं, वेखिए गुरु नूं की पाउंदा भी चलदा उन्हें करते हैं। हुण अवतार सिंह उन्हों का असीं सन्मान करना, सिंह साहब उन्होंने सरोपा देंगे। बोले सो निहाल, बैठो जी बैठो। हुण मैं समझ आए हैं कि सर अवतार सिंह हुणी जो साडे कोल हैगे ने मुख बुलारे ने अज केंद्री भाषण देना इन्होंने इन्हों की गल तो होनी है। तो हुण ये डॉक्टर केर सिंह इंट्रोड्यूस कराउणगे इन्हों। जिस तरह आप सारे पढ़े हुए पेंडू किसानी पिछोकड़ वाले ओहो जी इन्हों की विद्या, तो इन्होंने इंजीनियरिंग डिप्लोमा किया इत्थों, सिविल इंजीनियरिंग दे विच इन्हां दी स्पैशलिटी हैगी है, स्पैशलाइजेशन ਉਹਦੇ ਵਿੱਚ ही फर्दर इन्होंने फिर होर स्टडी करके तो विलायत चले गए अज तो कोई 40-42 साल पहला विआह के आधार पर। इन्हां दा परिवारक पिछोकड़ कहिए कि अपना बिल्कुल सिख परंपरा विच गड़ोच ते अकाली सियासत दे विच बहुत ही सरगर्म इन्हां दे पिता जी सरदार जहेदार मोहर सिंह, तो उन्होंने वो इलाके नां थे सी बहुत एक्टिव सीगे, मोर्चों में जान वाले जिस तरह पुराने सिंह अपने सीगे। तो कहने तो भाव है कि इन्हों सिखी विरसे दे विच सिख संस्कार जिन्हों कहते ना समोए जाते हैं अपने विरसे विच मिले हुए हैं, तो उधर जाके विलायत दे विच भी उन्होंने ये संस्कार कायम रखे। और इन्हों का देवनेत कह लीए कि जिहड़ा इन्हों का सौरा परिवार है वो भी सिखी परिवार है, बिल्कुल अमृतधारी सिखी विश्वासां वाले, उन्हों का पिछोकड़ भी यही है। तो इन्हां लई ये खुशकिस्मती की गल कि इन्हां दा पिछोकड़ भी ये, तो इन्हां दा सौरे परिवार का भी पिछोकड़ ये सी। तो इन्हां लई बड़ा सहाई रहा सिख अपनी सूरत नूं भी कायम रखना, सीरत नूं भी कायम रखना, तो अपना किते दे विच पहलां जिवें आपां कहने कि बाहर जाके हर तरह के काम करने पैंदे, उहो जिहा काम इन्हां ने भी कीता। पर अल्टीमेटली इन्हां ने अपनी जो इन्हां दी ट्रेनिंग सी सिविल इंजीनियरिंग दी, इहदे विच इन्हां ने अपने आप नूं स्थापित कर लिया और बहुत अच्छी पोजीशन ते अंतरराष्ट्रीय पोजीशन जिहड़ी है कंस्ट्रक्शन कंपनी दी, उहदे विच इन्हां ने बहुत हाई पोजीशन तो रिटायरमेंट टॉप आलमोस्ट टॉप पोजीशन नैक्सट टू दी मैनेजर जिहड़ा हुंदा।
ਇਹਨਾਂ ਦੀ ਇਹ ਹੈ ਸਿਵਲ ਇੰਜੀਨੀਅਰਿੰਗ ਦੀ ਤੇ ਟ੍ਰੇਨਿੰਗ ਦੇ ਤੌਰ ਕਿਉਂਕਿ ਮੈਂ ਜਥੇਦਾਰ ਮਨਜੀਤ ਸਿੰਘ ਉਹਨਾਂ ਦੇ ਨਾਲ ਹੀ ਮੈਨੂੰ ਇਹਨਾਂ ਨੂੰ ਪਹਿਲੀ ਵਾਰ ਮਿਲਣ ਦਾ ਮੌਕਾ ਮਿਲਿਆ ਅਤੇ ਉਦੋਂ ਬਾਅਦ ਅੱਜ ਤੋਂ ਕੋਈ ਆਪਾਂ 93 94 92 ਉਦੋਂ ਦੇ ਅਸੀਂ ਮਤਲਬ ਜਾਣਦੇ ਹਾਂ ਆਲਮੋਸਟ 30 ਸਾਲ ਹੋ ਗਏ ਜੀ ਜਾਣਦੇ ਅਤੇ ਪਰਿਵਾਰਕ ਰਿਸ਼ਤਾ ਹੀ ਸਾਡਾ ਹੁਣ ਬਣ ਗਿਆ ਹੋਇਆ, ਆਉਣ ਜਾਣ ਇਸ ਤਰ੍ਹਾਂ ਦਾ ਹੋਇਆ। ਸਾਡਾ ਸਾਰਿਆਂ ਦਾ ਇਹੀ ਹੈ, ਮੈਂ ਅਕਸਰ ਕਹਿੰਦਾ ਹੁੰਦਾ ਵੀ ਜਦੋਂ ਅਸੀਂ ਇਹਨਾਂ ਕੋਲ ਜਾਂਦੇ ਹਾਂ ਇਹਨਾਂ ਦਾ ਘਰ ਸਾਡਾ ਹੁੰਦਾ ਅਤੇ ਇਉਂ ਲੱਗਦਾ ਹੁੰਦਾ ਵੀ ਜਿਵੇਂ ਇਹ ਪ੍ਰਾਹੁਣੇ ਹੋਣ ਅਤੇ ਅਸੀਂ ਘਰ ਦੇ ਮਾਲਕ ਹੋਈਏ। ਇਸ ਤਰ੍ਹਾਂ ਦੀ ਇਹਨਾਂ ਦੀ ਪ੍ਰਾਹੁਣਚਾਰੀ ਦਾ ਅਤੇ ਸੁਭਾਅ ਇਹਨਾਂ ਦੀ ਘਰਵਾਲੀ ਦਾ, ਇਹਨਾਂ ਦੀ ਬੱਚਿਆਂ ਦੀ। ਬੱਚੇ ਠੀਕ ਹੈ, ਸੈਟਲਡ ਹੈ ਸਾਰੇ, ਬਹੁਤ ਗੁਰੂ ਦੀ ਮਿਹਰ ਹੈ ਉਹਨਾਂ 'ਤੇ। ਇਹਨਾਂ ਦਾ ਜਿਹੜਾ ਇਹ ਤਾਂ ਹੋ ਗਿਆ ਪਿਛੋਕੜ। ਬਾਕੀ ਜਿਹੜਾ ਸਿੱਖੀ ਨਾਲ ਇਹਨਾਂ ਦਾ ਜਿਹੜੀ ਸੰਬੰਧ ਹੈ ਉਹ ਪਰਿਵਾਰਕ ਮੈਂ ਦੱਸ ਚੁੱਕਿਆ। ਦੂਸਰਾ ਇਹਨਾਂ ਨੇ ਮਿਸ਼ਨਰੀ ਕਾਲਜ ਦੀ ਟ੍ਰੇਨਿੰਗ ਵੀ ਲਈ ਹੋਈ ਹੈ ਇੱਥੋਂ, ਅਤੇ ਉਸੇ ਨੂੰ ਅੱਗੇ ਉਹਨਾਂ ਨੇ ਅੱਗੇ ਉੱਥੇ ਪ੍ਰਚਾਰਨ ਦੀ ਕੋਸ਼ਿਸ਼ ਕੀਤੀ। ਐਕਟੀਵਿਟੀਜ਼ ਕੀ ਉਹਦੇ ਬਾਰੇ ਮੈਂ ਬਾਅਦ 'ਚ ਗੱਲ ਕਰਦਾ, ਪਰ ਇੱਕ ਇਨਸੀਡੈਂਟ ਜੋ ਇਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ, ਜਿੱਥੇ ਮੈਂ ਗਲਤ ਹਾਂ ਮੈਨੂੰ ਕਰੈਕਟ ਕਰ ਦਿਓ। ਉਹ ਇਹ ਹੈ ਕਿ ਇਹਨਾਂ ਦਾ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਇੱਕ ਦੌਰ ਚੱਲਿਆ ਜਿਸ ਨੂੰ ਆਪਾਂ ਲੈਫਟ ਦਾ, ਐਕਸਟ੍ਰੀਮ ਲੈਫਟ ਦਾ ਨਕਸਲ ਦੌਰ, ਉਹਦੇ 'ਚ ਵੀ ਐਕਟਿਵ ਰਹੇ, ਪ੍ਰਭਾਵ ਸੀ ਉਸ ਪੀਰੀਅਡ ਦਾ। ਅਤੇ ਉਹ ਫਿਰ ਪਰਿਵਾਰ ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਕਿ ਜਦੋਂ ਨਕਸਲ ਵਿਚਾਰ ਹੈ ਅਤੇ ਪਰਿਵਾਰ ਦਾ ਸਿੱਖੀ ਵਾਲਾ ਵਿਚਾਰ ਹੈ, ਅਤੇ ਕਈ ਵਾਰ ਘਰਾਂ ਵਿੱਚ ਮਾੜਾ ਮੋਟਾ ਬਜ਼ੁਰਗਾਂ ਨਾਲ ਕਲੈਸ਼ ਵੀ ਹੁੰਦਾ। ਇਹਨਾਂ ਦੀ ਜ਼ਿੰਦਗੀ 'ਚ ਜੋ ਮੋੜ ਆਇਆ, ਜੋ ਇਹਨਾਂ ਨੇ ਮੈਨੂੰ ਦੱਸਿਆ, ਮੈਨੂੰ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਇਹ ਅਨੰਦਪੁਰ ਸਾਹਿਬ ਗਏ, ਕਿਲ੍ਹਾ ਆਨੰਦਗੜ੍ਹ ਸਾਹਿਬ ਹੈ, ਉੱਥੇ ਆਪਾਂ ਨੂੰ ਪਤਾ ਹੈ ਕੇਸਗੜ੍ਹ ਸਾਹਿਬ ਨੂੰ ਆਉਂਦੇ ਕੱਚਾ ਰਸਤਾ ਹੈ। ਹੁਣ ਤਾਂ ਆਪਣੇ ਰਸਤਾ ਪੱਕਾ ਬਣ ਗਿਆ, ਪਹਿਲਾਂ ਉਹ ਪਹਾੜ ਜੇ ਕੱਚੇ ਹੁੰਦੇ, ਉੱਥੋਂ ਇਹ ਤੁਰ ਕੇ ਆਏ ਅਤੇ ਕੀਰਤਨ ਚੱਲ ਰਿਹਾ ਸੀ ਸਵੇਰ ਦਾ ਆਸਾ ਦੀ ਵਾਰ ਵੇਲੇ, ਉੱਥੋਂ ਇਹ ਪੈਦਲ ਆਏ ਅਤੇ ਕੀਰਤਨ ਦਾ ਕਲਾ ਵਰਤ ਕੇ ਗੁਰੂ ਦੀ ਮਿਹਰ ਹੋ ਗਈ, ਉੱਥੇ ਹੀ ਬੈਠ ਗਏ। ਉੱਥੇ ਬੈਠ ਕੇ ਪ੍ਰਭਾਵ ਪਿਆ, ਚਲੇ ਗਏ ਉੱਥੇ ਅਤੇ ਕਿਲ੍ਹਾ ਆਨੰਦਗੜ੍ਹ ਗਏ, ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਗਏ। ਉਦੋਂ ਅੰਮ੍ਰਿਤ ਛਕਾਉਣ ਦੀ ਉੱਥੇ ਜੋ ਹੈ ਅਤੇ ਅਨਲਿਸਟਿੰਗ ਹੋਣੀ ਸੀ, ਅਤੇ ਉੱਥੇ ਖੜ੍ਹੇ ਸੀ। ਪਿੱਛੋਂ ਇੱਕ ਨਿਹੰਗ ਸਿੰਘ ਆਇਆ, ਕਹਿੰਦਾ ਕਾਕਾ ਤੂੰ ਨਾਂ ਨਹੀਂ ਲਿਖਾਉਂਦਾ, ਅਤੇ ਕਿਉਂਕਿ ਅਜੇ ਮਨ 'ਚ ਦੁਬਦਾ ਹੈ ਨਕਸਲ ਬੈਕਗਰਾਊਂਡ ਦੀ ਪਰਵਾਹ। ਇਹ ਕਹਿੰਦਾ ਮੈਂ ਅਜੇ ਸਿੰਘ ਜੀ ਫੈਸਲਾ ਨਹੀਂ ਕਰ ਸਕਿਆ। ਕਦੋਂ ਕਰੇਗਾ ਪਤਾ ਨਹੀਂ, ਇਹਦੇ ਮਨ 'ਚ ਕੋਈ ਗੁਰੂ ਦੀ ਮਿਹਰ ਹੋ ਗਈ। ਕਹਿੰਦਾ ਜੀ ਵਿਸਾਖੀ ਤੱਕ ਕਰ। ਕਹਿੰਦਾ ਠੀਕ ਹੈ ਚਲੋ। ਉਹ ਗਾਇਬ ਹੋ ਗਿਆ ਜੀ, ਨਿਹੰਗ ਦਿਸੇ ਨਹੀਂ। ਉਦੋਂ ਬਾਅਦ ਇਹ ਗੱਲ ਹੋ ਗਈ, ਕਹਿੰਦੇ ਨਾ ਮੈਨੂੰ ਪਤਾ ਕਿਹੜਾ ਨਿਹੰਗ ਪਿੱਛੇ। ਇਹ ਗੱਲ ਹੋ ਗਈ, ਗੱਲ ਰਜਿਸਟਰ ਹੋ ਗਈ ਇਹਨਾਂ ਦੀ ਮਾਨਸਿਕਤਾ 'ਚ। ਵਿਸਾਖੀ 'ਚ ਜਾ ਕੇ ਇਹਨਾਂ ਨੇ ਫਿਰ ਅੰਮ੍ਰਿਤ ਉੱਥੋਂ ਛਕ ਲਿਆ। ਅਤੇ ਇਹ ਤਾਂ ਹੈ ਇਹਨਾਂ ਦਾ ਮਤਲਬ, ਜਿਹੜੀ ਆਪਾਂ ਨੂੰ ਇਹ ਪਤਾ ਵੀ ਜ਼ਿੰਦਗੀ 'ਚ ਕਿਹੜੇ ਵੇਲੇ ਕਿਹੜੀ ਗੱਲ ਨੇ ਸਾਡੀ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਦੇਣਾ। ਅੰਦਰ ਜਿਹਨੂੰ ਕਹਿੰਦੇ ਨਾ ਕਿ ਬੀਜ ਪਿਆ ਹੁੰਦਾ, ਉਹ ਅੰਕੁਰਿਤ ਕਿਹੜੇ ਵੇਲੇ ਹੋਣਾ, ਇਹ ਗੁਰੂ ਦੀਆਂ ਗੁਰੂ ਜਾਣੇ। ਇਹ ਆਪਾਂ ਜੇ ਕਹਿ ਦਈਏ ਨਾ ਵੀ ਇਹ ਕੋਈ ਸੋਚੀ ਸਮਝੀ ਗੱਲ ਨਾਲ, ਉਹ ਪਤਾ ਨਹੀਂ ਕਿਹੜੇ ਵੇਲੇ ਹੁੰਦਾ। ਅਤੇ ਇਹ ਸਾਰੀ ਜਿਹੜੀ ਆ ਨਾ ਅਨਕਾਨਸ਼ੀਅਸ ਮਾਈਂਡ ਦੀਆਂ ਖੇਡਾਂ ਹੈਗੀਆਂ, ਉਹਦੇ 'ਚ ਚਲੋ ਹੋ ਗਿਆ। ਵਲਾਇਤ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਦਾ ਮੈਨੂੰ ਪਤਾ ਹੈ, ਇਹ ਇੱਕ ਤਾਂ ਇਹਨਾਂ ਨੂੰ ਘੁੰਮਣ ਦਾ ਬਹੁਤ ਸ਼ੌਕ ਹੈ। ਇਹ ਤਕਰੀਬਨ ਸਾਰੀ ਦੁਨੀਆ ਹੀ ਜਿਵੇਂ ਘੁੰਮ ਚੁੱਕੇ ਹੋਏ ਹੈ। ਅਤੇ ਉੱਥੇ UK 'ਚ ਯਾਨੀ ਕਿ ਜਿਹਨੇ ਅੰਮ੍ਰਿਤ ਛਕਾਉਣ ਦਾ ਜਿਹੜੀ ਹੈ ਮੂਵਮੈਂਟ ਹੈ, ਅਤੇ ਅੰਮ੍ਰਿਤ ਛਕਾਉਣ ਦੇ ਵਿੱਚ 5 ਸਿੰਘਾਂ ਦੀ ਸੇਵਾ ਇਹ ਲੈਂਦੇ ਰਹੇ। ਹੁਣ ਇਹਨਾਂ ਦੀ ਗੋਡੇ ਦੀ ਪ੍ਰੋਬਲਮ ਆ, ਹੁਣ ਇਹ ਨਹੀਂ ਕਰਦੇ। ਅਤੇ ਉਸ ਖਿੱਤੇ ਦੇ ਵਿੱਚ ਅੰਮ੍ਰਿਤ ਛਕਾਉਣ ਦੀ ਮੁਹਿੰਮ ਦੇ ਵਿੱਚ ਵੀ ਇਹ ਰਹੇ। 5 ਬਾਣੀਆਂ ਦੇ ਅਭਿਆਸੀ ਔਰ ਪਰਿਵਾਰ ਦਾ ਵੀ, ਅਤੇ ਘਰ ਇਹਨਾਂ ਦੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ। ਸਿੱਖੀ ਦਾ ਸਾਰਾ ਮਾਹੌਲ ਉੱਥੇ। ਉੱਥੋਂ ਦੀ ਆਪਾਂ ਨੂੰ ਪਤਾ ਹੈ ਕਿ ਹਰ ਥਾਂ ਦੀ ਸਿਆਸਤ, ਬੰਦਾ ਤਾਂ ਬੰਦਾ ਹੀ ਹੁੰਦਾ, ਚਾਹੇ ਇੱਥੇ ਹੋਵੇ ਚਾਹੇ ਕਿਤੇ ਵੀ ਹੋਵੇ। ਬੰਦੇ ਦੀਆਂ 100 ਲਿਮੀਟੇਸ਼ਨਸ ਹੁੰਦੀਆਂ, ਪ੍ਰੋਬਲਮਸ ਹੁੰਦੀਆਂ। ਉੱਥੇ ਵੀ ਹਰ ਤਰ੍ਹਾਂ ਦੇ ਬੰਦੇ ਹੈਗੇ, ਆਪਾਂ ਨੂੰ ਪਤਾ।
ਤੇ ਉੱਥੇ ਵੀ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਦਾ ਰੌਲਾ ਬੜਾ ਪੈਂਦਾ ਹੈ। ਇਹਨਾਂ ਦਾ ਐਫਰਟ ਇਹ ਰਹੀ ਕਿ ਗੁਰਦੁਆਰਿਆਂ ਦੇ ਜਿਹੜੇ ਰੌਲੇ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤੇ ਇਹਨਾਂ ਨੇ ਉੱਥੇ ਇੱਕ ਸੰਸਥਾ ਸਥਾਪਿਤ ਕੀਤੀ ਸਾਰੇ ਗੁਰਦੁਆਰਾ ਸਾਹਿਬਾਨ ਨੇ ਰਲ ਕੇ। ਉਹ ਹੈ ਕੋਆਰਡੀਨੇਸ਼ਨ ਕਮੇਟੀ ਆਫ ਗੁਰਦੁਆਰਾ ਮੈਨੇਜਮੈਂਟਸ। ਉਹਦੇ ਵਿੱਚ 300 ਤੋਂ ਵੱਧ ਕਿੰਨੇ ਆ ਜੀ ਤੁਸੀਂ ਫਿਰ 360 ਕੋ ਗੁਰਦੁਆਰੇ ਹੈ ਉਹਦੇ ਵਿੱਚ ਉਹ ਇੱਕ ਸੰਸਥਾ, ਹਾਂ 200 ਮੈਂਬਰ ਨੇ 200 ਮੈਂਬਰ ਉਹ ਸੰਸਥਾ ਬਣੀ ਹੋਈ, ਉਹ ਬਣੀ ਹੋਈ ਹੈ ਜਿਹਦੀ ਇਹਨਾਂ ਨੂੰ ਸੇਵਾ, ਇਹਨਾਂ ਨੇ ਉਹਨਾਂ ਦਾ ਸੰਵਿਧਾਨ ਬਣਾਇਆ, ਇਹਨਾਂ ਨੂੰ ਹੀ ਫਿਰ ਸੇਵਾ ਦਿੱਤੀ ਗਈ ਤੇ ਇਹੀ ਅੱਜ ਕੱਲ੍ਹ ਉਹਨਾਂ ਦੀ ਨਿਗਰਾਨੀ ਪ੍ਰਧਾਨ ਦੇ ਤੌਰ ਤੇ ਕਰ ਰਹੇ ਹੈ। ਮੈਨੇਜਮੈਂਟ ਜਿਹੜੀਆਂ ਕਮੇਟੀਜ਼ ਹੈਗੀਆਂ 200 ਦੇ ਗੁਰਦੁਆਰਾ ਸਾਹਿਬਾਨ ਦੀਆਂ, ਯਾਨੀ ਕਿ ਇਹਨਾਂ ਦਾ ਕੇਂਦਰੀ ਰੋਲ ਹੈ। ਤੇ ਮੈਨੂੰ ਤੇ ਖੈਰ ਮੈਂ ਇਹਨਾਂ ਨਾਲ ਅਕਸਰ ਜਾਂ ਇਹ ਆ ਜਾਂਦੇ ਜਾਂ ਅਸੀਂ ਚਲੇ ਜਾਂਦੇ ਹਾਂ ਤੇ ਬੜੀ ਨੇੜਤਾ ਇਹਨਾਂ ਨਾਲ। ਮੈਨੂੰ ਮੌਕਾ ਮਿਲਿਆ ਪਿੱਛੇ ਜਿਹੇ ਉੱਥੇ ਯੂਨੀਵਰਸਿਟੀ ਆਫ ਵੁਲਵਰਹੈਂਪਟਨ ਹੈਗੀ ਹੈ, ਨਾਲ ਹੀ ਹੈ ਇਹਨਾਂ ਦੇ, ਉੱਥੋਂ ਅੱਧੇ ਕੁ ਘੰਟੇ ਦੀ ਡਰਾਈਵ ਹੈ ਬਰਮਿੰਘਮ ਤੋਂ। ਤੇ ਉੱਥੇ ਇੱਕ ਸਿੱਖ ਸਟੱਡੀਜ਼ ਚੇਅਰ ਵੀ ਸਥਾਪਿਤ ਹੋਈ ਹੈ। ਪਿੱਛੇ ਜੇ ਉਹਨਾਂ ਨੇ ਇੱਕ ਸੈਮੀਨਾਰ ਕੀਤਾ ਤੇ ਮੈਨੂੰ ਇਹਨਾਂ ਦੀ ਬਦੌਲਤ ਮੈਨੂੰ ਵੀ ਉਹਨਾਂ ਨੇ ਉੱਥੇ ਬੁਲਾਇਆ ਤੇ ਅੱਛਾ ਸੀ ਉਹਦੇ ਸੈਮੀਨਾਰ ਹੋਇਆ, ਮੈਂ ਉਹ 'ਚ ਪਾਰਟੀਸਪੇਟ ਕੀਤਾ। ਕਮਿਊਨਿਟੀ ਵੱਲੋਂ ਉੱਥੇ ਯੂਨੀਵਰਸਿਟੀ 'ਚ ਜਿਹੜੀ ਸਿੱਖ ਚੇਅਰ ਸਥਾਪਿਤ ਹੋਣੀ ਹੈ, ਜਿਹਦੇ ਲਾਰਡ ਸਵਰਾਜ ਪਾਲ ਤੁਹਾਨੂੰ ਪਤਾ ਹੈ ਉਹਦੇ ਉਹ ਚਾਂਸਲਰ ਹੈ। ਤੇ ਇਹਨਾਂ ਵੱਲੋਂ ਕਮਿਊਨਿਟੀ ਵੱਲੋਂ ਹੀ ਵਾਜ਼ ਦਾ ਵਨ ਹੂ ਸਪੋਕ। ਤੋ ਕਹਿਣ ਤੋਂ ਮਤਲਬ ਇਹ ਹੈ ਕਿ ਐਕੈਡੈਮਿਕਸ ਵਿੱਚ ਵੀ, ਗੁਰਦੁਆਰਾ ਸੰਸਥਾਵਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਵੀ, ਤੇ ਰਵਾਇਤੀ ਸਿੱਖ ਸਾਡਾ ਜਿਹੜਾ ਜਿਹਨੂੰ ਕਹੀਏ ਕਿ ਰਹਿਤਤ ਹੈ ਉਸ ਖੇਤਰ ਵਿੱਚ ਵੀ ਇਹ ਉੱਥੇ ਐਕਟਿਵ ਹਨ, ਭਾਈਚਾਰਕ ਤੌਰ 'ਤੇ ਸਤਿਕਾਰਤ ਹਨ। ਤੇ ਅੱਜ ਕੱਲ੍ਹ ਉੱਥੇ ਸਾਰੇ ਹੀ ਜਿਹੜੇ ਚੈਨਲਸ ਹੈਗੇ ਉੱਥੇ ਬਰਮਿੰਘਮ ਬੇਸਡ, ਉਹਦੇ ਵਿੱਚ ਇਹਨਾਂ ਦੀ ਵੀਕ ਦੀ ਘੱਟੋ ਘੱਟ ਇੱਕ ਵਾਰ, ਕਈ ਵਾਰ 2 ਵਾਰ ਇਹ ਇਹਨਾਂ ਦੇ ਸਿੱਖਿਜ਼ਮ ਬਾਰੇ, ਸਿੱਖ ਹਿਸਟਰੀ ਬਾਰੇ, ਸਿੱਖ ਧਰਮ ਦੇ ਸਿਧਾਂਤ ਦੀ ਵਿਆਖਿਆ ਬਾਰੇ ਇਹ ਟਵਾਈਸ ਅ ਵੀਕ ਔਰ ਐਟਲੀਸਟ ਵਨਸ ਅ ਵੀਕ ਇਹਨਾਂ ਚੈਨਲਾਂ 'ਤੇ ਇਹ ਵੀ ਸੇਵਾ ਕਰ ਰਹੇ ਹੈ। ਇਹਨਾਂ ਸ਼ਬਦਾਂ ਨਾਲ ਮੈਂ ਜੇ ਕੋਈ ਗਲਤ ਕਿਹਾ ਹੋਵੇ ਤਾਂ ਮੈਨੂੰ ਕਰੈਕਟ ਕਰ ਦਿਓ, ਜਿੰਨੀ ਕਿ ਮੈਨੂੰ ਜਾਣਕਾਰੀ ਸੀ। ਬਾਕੀ ਸਿੰਘ ਸਾਹਿਬ ਦੇ ਥਰੂ ਹੀ ਮੇਰੀ ਇਹਨਾਂ ਨਾਲ ਪਿਆਰ ਮੁਹੱਬਤ ਬਣਿਆ ਤੇ ਹੁਣ ਤੇ ਸਾਡੇ ਪਰਿਵਾਰਕ ਮੈਂਬਰ ਹੈ। ਇੱਥੇ ਜਦੋਂ ਆਏ ਹੈ ਤੇ ਘਰ ਦੇ ਮਤਲਬ ਇਹਨਾਂ ਦਾ ਸਤਿਕਾਰ ਜ਼ਿਆਦਾ ਕਰਦੇ, ਸਾਡਾ ਘੱਟ ਕਰਦੇ, ਲੜ ਪੈਂਦੇ ਕਿਹੜੀ ਗੱਲ ਤੋਂ। ਤੇ ਵੀ ਤੁਸੀਂ ਵੀਰ ਜੀ ਨੂੰ ਆਹ ਨਹੀਂ ਪੁੱਛਿਆ, ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਤਾਂ ਮੇਰਾ ਮਤਲਬ ਇਸ ਤਰ੍ਹਾਂ ਦਾ ਪਰਿਵਾਰਕ ਜਿਹਾ ਰਿਸ਼ਤਾ ਬਣਿਆ ਹੋਇਆ ਤੇ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਇਹੋ ਜਿਹੇ ਸੱਜਣਾਂ ਦੇ ਨਾਲ ਸਿੰਘ ਸਾਹਿਬ ਨੇ ਮੇਰਾ ਮੇਲ ਮਿਲਾਪ ਕਰਾਇਆ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਅੱਜ ਦੇ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ, ਇਹ ਸੈਂਟਰ ਦੇ ਡਾਇਰੈਕਟਰ ਡਾਕਟਰ ਬਲਕਾਰ ਸਿੰਘ ਜੀ, ਡਾਕਟਰ ਕੇ ਸਿੰਘ ਜੀ, ਮਨਜੀਤ ਸਿੰਘ ਜੀ, ਹਰੀ ਸਿੰਘ ਜੀ, ਤੇ ਤੁਸੀਂ ਸਾਰੇ ਸੱਜਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਨੇ ਭਾਵੁਕ ਹੀ ਕਰ ਦਿੱਤਾ ਹੈ। ਡਾਕਟਰ ਬਲਕਾਰ ਸਿੰਘ ਹੋਰਾਂ ਨੇ ਜਦੋਂ ਮੈਨੂੰ ਦੱਸਿਆ ਸੀ ਨਾ ਵਿਸ਼ਾ, ਤੇ ਮੈਂ ਇਸ ਵਿਸ਼ੇ ਨੂੰ ਹੋਰ ਤਰੀਕੇ ਨਾਲ ਸਮਝਿਆ ਸੀਗਾ, ਤੇ ਅੱਜ ਜਦੋਂ ਇਹਨਾਂ ਨੇ ਕੈਨਵਸ ਬਣਾ ਦਿੱਤੀ ਹੈ ਤੇ ਉਹ ਹੋਰ ਕਿਸਮ ਦੀ ਹੈ। ਮੈਂ ਦੋਹਾਂ ਦਾ ਵਿਚਕਾਰ ਜਿਹਾ ਇਹਨੂੰ ਨਾ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੂੰਗਾ। ਜਦੋਂ ਅਸੀਂ ਗਲੋਬਲ ਪੰਜਾਬ ਦੀ ਗੱਲ ਕਰਦੇ ਹਾਂ ਤੇ ਉਹ ਪ੍ਰਵਾਸ ਨਾਲ ਸੰਬੰਧਿਤ ਹੈ। ਪ੍ਰਵਾਸ ਪੰਜਾਬੀਆਂ ਦਾ ਕੋਈ ਨਵਾਂ ਨਹੀਂ ਹੈ। ਕਰਨਲ ਨਰਿੰਦਰਪਾਲ ਲਿਖਦਾ ਹੈ ਵੀ ਪੰਜਾਬ ਦੇ ਲੋਕ ਆਪਣੇ ਮਕਾਨਾਂ ਦੀਆਂ ਨੀਹਾਂ ਡੂੰਘੀਆਂ ਨਹੀਂ ਪੱਟਦੇ, ਕਿਉਂਕਿ ਇਹ ਆਪਣਾ ਘਰ ਉਜੜਨ ਵਾਸਤੇ ਬਣਾਉਂਦੇ ਨੇ। ਇਹਨਾਂ ਨੇ ਉਜੜਨਾ ਹੀ ਹੁੰਦਾ ਹੈ। ਤੇ ਅੱਜ ਦਾ ਜਿਹੜਾ ਪ੍ਰਵਾਸ ਹੈ, ਮੈਨੂੰ ਇੱਦਾਂ ਲੱਗਦਾ ਹੈ ਕਿ ਇਹ ਵੀ ਇੱਕ ਉਜਾੜਾ ਹੈ। ਬੇਸ਼ੱਕ ਆਫੀਸ਼ੀਅਲੀ ਜੇ ਅਸੀਂ ਦੇਖਣਾ ਹੋਵੇ ਤੇ 1849 'ਚ ਜਿਸ ਵੇਲੇ ਸਿੱਖ ਰਾਜ ਪੂਰਨ ਤੌਰ 'ਤੇ ਖਤਮ ਹੁੰਦਾ ਹੈ, ਉਸ ਵੇਲੇ ਤੋਂ ਜਿਹੜਾ ਕੰਮਕਾਰ ਨਾਲ ਸੰਬੰਧਿਤ ਪ੍ਰਵਾਸ ਸੀ ਉਹ ਸ਼ੁਰੂ ਹੋਇਆ। ਅੱਜ ਦੀ ਹਾਲਤ ਇਹ ਹੈ ਕਿ ਪੰਜਾਬੀ ਤਕਰੀਬਨ 213 ਦੇਸ਼ਾਂ ਦੇ ਵਿੱਚ 1 ਕਰੋੜ ਦੀ ਗਿਣਤੀ 'ਚ ਵਸਦੇ ਨੇ। ਤੁਸੀਂ ਕਿਤੇ ਚਲੇ ਜਾਓ,
ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਪੰਜਾਬੀ ਮਿਲ ਜਾਏਗਾ। ਉਹਦੀਆਂ ਬਹੁਤ ਵੱਖਰੀਆਂ ਵੱਖਰੀਆਂ ਲੇਅਰਸ ਨੇ। ਮੈਂ ਇੱਕ ਇਹਦਾ ਗ੍ਰੀਕ ਆਈਲੈਂਡ ਸੀਗਾ ਕੋਫੂ, ਅਸੀਂ ਉੱਥੇ ਇੱਕ ਹਫ਼ਤੇ ਵਾਸਤੇ ਚਲੇ ਗਏ ਮੇਰੇ ਦੋਸਤਾਂ ਨਾਲ, ਕਿਉਂਕਿ ਅਸੀਂ ਦਸਤਾਰਾਂ ਤੋਂ ਪਛਾਣੇ ਜਾਂਦੇ ਹਾਂ। ਅਤੇ ਇੱਕ ਬੰਦਾ ਦੌੜਾ ਹੀ ਆਇਆ ਸਾਡੇ ਕੋਲ, ਉਹਨੇ ਟੁੱਟੀ ਜਿਹੀ ਇੰਗਲਿਸ਼ ਦੇ ਵਿੱਚ ਸਾਨੂੰ ਆਪਣੀ ਦੁਕਾਨ 'ਤੇ ਲੈ ਗਿਆ। ਉੱਥੇ ਬਿਠਾਲ ਕੇ ਸਾਨੂੰ, ਉਹਦੀ ਦੁਕਾਨ ਦਾ ਨਾਂ ਸੀ ਇੰਦੂ ਸਮਥਿੰਗ, ਜਿੱਦਾਂ ਹੌਲੀਡੇ ਰਿਸੋਰਟਸ 'ਤੇ ਹੁੰਦਾ ਹੈ। ਉਹ ਸਾਨੂੰ ਬਿਠਾ ਕੇ ਕਹਿੰਦਾ ਮੇਰੀ ਫਰਿੱਜ ਵਿੱਚੋਂ ਜੋ ਤੁਸੀਂ ਪੀਣਾ ਕੱਢ ਲਓ ਅਤੇ ਮੈਂ ਆਈ ਵਿਲ ਬੀ ਬੈਕ ਸੂਨ। ਉਹ 15 ਕੁ ਮਿੰਟ ਬਾਅਦ ਇੱਕ ਪੁਰਾਣੀ ਬਲੈਕ ਐਂਡ ਵਾਈਟ, ਬਹੁਤ ਪੁਰਾਣੀ ਛੋਟੀ ਜਿਹੀ ਇੰਨੀ ਇੱਕ ਫੋਟੋ ਲੈ ਕੇ ਆਇਆ, ਜਿਹੜੀ ਦਸਤਾਰਧਾਰੀ ਫੌਜੀ ਦੀ ਪਿਕਚਰ ਸੀ। ਅਤੇ ਇਹ ਕਹਿੰਦਾ ਵੀ ਇਹ ਮੇਰਾ ਗ੍ਰੇਟ ਗ੍ਰੈਂਡਫਾਦਰ ਹੈ। ਅਸੀਂ ਪਹਿਲਾਂ ਜਿਸ ਵੇਲੇ ਵਰਲਡ ਸਿੱਖ ਕੌਂਸਲ ਬਣੀ 1996 'ਚ, ਅਤੇ ਸਿੰਘ ਸਾਹਿਬ ਨੇ ਯੂਰਪ ਦੀ ਜ਼ਿੰਮੇਵਾਰੀ ਜਸਟਿਸ ਮੋਤਾ ਸਿੰਘ ਹੋਰਾਂ ਦੇ ਨਾਲ ਮੈਨੂੰ ਦੇ ਦਿੱਤੀ। ਉਦੋਂ ਮੈਂ ਬਹੁਤ ਘੁੰਮਿਆ। ਉਦੋਂ ਸਾਡੇ ਧਿਆਨ 'ਚ ਆਇਆ ਕਿ ਗ੍ਰੀਕ ਆਇਲੈਂਡ ਦੇ ਵਿੱਚ ਤਕਰੀਬਨ 300 ਪਰਿਵਾਰ ਐਸੇ ਵੱਸਦੇ ਹੈ ਜਿਹੜੇ ਫਸਟ ਵਰਲਡ ਵਾਰ ਤੋਂ ਬਾਅਦ, ਜਿਸ ਵੇਲੇ ਅੰਗਰੇਜ਼ ਨੇ ਲੜਾਈ ਖਤਮ ਹੋ ਗਈ, ਉਹ ਪਲਟਣਾ ਤੋੜ ਦਿੱਤੀਆਂ, ਅਤੇ ਉਸ ਵੇਲੇ ਪੰਜਾਬੀ ਜੱਟਾਂ ਵਾਸਤੇ ਫੌਜ ਵਿੱਚੋਂ ਕੱਢ ਦੇਣਾ ਮਰ ਜਾਣ ਬਰਾਬਰ ਸਮਝਿਆ ਜਾਂਦਾ ਸੀ। ਜਦੋਂ ਪਲਟਣਾ ਤੋੜ ਦਿੱਤੀਆਂ ਗਈਆਂ ਅਤੇ ਉਹ ਵਾਪਸ ਨਹੀਂ ਆਏ, ਉਹ ਉੱਥੇ ਵਸ ਗਏ, ਅਤੇ ਉਹਨਾਂ ਨੇ ਉੱਥੇ ਦੀਆਂ ਜਨਾਨੀਆਂ ਦੇ ਨਾਲ ਵਿਆਹ ਕਰਵਾ ਲਿਆ। ਅੱਜ ਉਹਨਾਂ ਨੂੰ ਇਹ ਤਾਂ ਪਤਾ ਕਿ ਸਾਡੇ ਫੋਰ ਫਾਦਰਸ ਜਿਹੜੇ ਸੀ ਸਾਡੇ ਵਰਗੇ ਹੁੰਦੇ ਸੀ, ਪੱਗਾਂ ਵਾਲੇ, ਦਾੜੀਆਂ ਵਾਲੇ, ਪਰ ਉਹਨਾਂ ਨੂੰ ਇਹਦੇ ਬਾਰੇ ਕੋਈ ਵਾਕਫੀਅਤ ਨਹੀਂ। ਸਾਡਾ ਧਰਮ ਕੀ ਹੈ, ਸਾਡਾ ਸੱਭਿਆਚਾਰ ਕੀ ਹੈ, ਸਾਡਾ ਕਲਚਰ ਕੀ ਹੈ, ਸਾਡਾ ਇਤਿਹਾਸ ਕੀ ਹੈ, ਸਾਡਾ ਪਿਛੋਕੜ ਕੀ ਹੈ, ਇਹ ਵੀ ਇੱਕ ਪ੍ਰਵਾਸ ਦਾ ਪੱਖ ਹੈ। ਦੂਸਰਾ, ਜਦੋਂ ਅਸੀਂ ਵੱਡੀ ਗਿਣਤੀ ਵਾਲੇ ਪ੍ਰਵਾਸ ਦੀ ਗੱਲ ਕਰਦੇ ਹਾਂ ਅਤੇ 60ਵਿਆਂ ਦੇ ਵਿੱਚ ਸ਼ੁਰੂ ਹੁੰਦਾ ਹੈ ਪ੍ਰਵਾਸ। ਪਹਿਲਾਂ ਮਜ਼ਦੂਰੀ ਕਰਨ ਵਾਸਤੇ ਲੋਕ ਗਏ। ਸੈਕੰਡ ਵਰਲਡ ਵਾਰ ਤੋਂ ਬਾਅਦ ਯੂਰਪ ਦੀ ਇਕੋਨਮੀ ਬਿਲਕੁਲ ਫਿਨਿਸ਼ ਹੈ। ਇਹ ਹਾਲ ਸੁਣਿਆ ਲੋਕਾਂ ਪਾਸੋਂ ਕਿ ਜਨਾਨੀਆਂ ਨੂੰ ਬੰਦੇ ਨਹੀਂ ਮਿਲਦੇ ਹੁੰਦੇ ਸਨ ਅਤੇ ਬਾਜ਼ਾਰਾਂ ਦੇ ਵਿੱਚ ਤੁਰੀਆਂ ਫਿਰਦੀਆਂ ਉਹਨਾਂ ਸੀ, ਕਿਉਂਕਿ ਬੰਦੇ ਸਾਰੇ ਲੜਾਈ 'ਚ ਮਾਰੇ ਗਏ ਸੀ। ਅਤੇ ਮਜ਼ਦੂਰੀ ਕਰਨ ਵਾਸਤੇ ਧੜਾ ਧੜ ਵਾਚਰਸ ਦੇ ਉੱਤੇ ਲੋਕਾਂ ਨੂੰ ਬਾਹਰ ਸੱਦਿਆ ਗਿਆ, ਔਰ ਉਹ ਕੰਮ ਕਰਵਾਏ ਗਏ ਜਿਹੜੇ ਉਹਨਾਂ ਦੇ ਲੋਕ ਜਿਹੜੇ ਨਹੀਂ ਕਰਨਾ ਚਾਹੁੰਦੇ ਸਨ, ਅਤੇ ਸਾਡੇ ਲੋਕਾਂ ਨੇ ਬਹੁਤ ਸਖਤ ਮਿਹਨਤ ਕਰਕੇ ਉਹ ਕੰਮ ਕੀਤੇ। ਅਤੇ ਉਹ ਲੋਕ ਪੜ੍ਹੇ ਲਿਖੇ ਨਹੀਂ ਸਨ, ਉਹਨਾਂ ਨੇ ਬਹੁਤ ਮਿਹਨਤ ਕੀਤੀ। ਉਹਨਾਂ ਦੀ ਇੱਕੋ ਹੀ ਕੋਸ਼ਿਸ਼ ਰਹੀ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਆ ਜਾਏ। ਕਿੱਥੋਂ ਸਿੱਖਦੇ ਨੇ, ਉਹ ਕਿਵੇਂ ਸਿੱਖਦੇ ਨੇ, ਇਹ ਉਹਨਾਂ ਨੂੰ ਨਹੀਂ ਪਤਾ। ਉਹ ਕਦੇ ਸਕੂਲ ਦੇ ਵਿੱਚ ਪੇਰੈਂਟਸ ਈਵਨਿੰਗ ਅਟੈਂਡ ਨਹੀਂ ਕਰਦੇ, ਕਿਉਂਕਿ ਕਰਨ ਯੋਗ ਨਹੀਂ ਹਨ, ਪਰ ਫਿਰ ਵੀ ਉਹ ਆਸ ਰੱਖਦੇ ਕਿ ਉਹਨਾਂ ਦੇ ਬੱਚੇ ਇੰਗਲਿਸ਼ ਪੜ੍ਹ ਜਾਣ। ਉਹ ਬੱਚਿਆਂ ਨੇ ਕੀ ਕੀਤਾ, ਉਹ ਇੰਗਲਿਸ਼ 'ਤੇ ਪੜ੍ਹ ਗਏ, ਪਰ ਪੰਜਾਬ ਨਾਲੋਂ ਪੂਰੀ ਤਰ੍ਹਾਂ ਟੁੱਟ ਗਏ, ਕਿਉਂਕਿ ਉਹ ਮਜ਼ਦੂਰਾਂ ਦੇ ਬੱਚੇ ਸਨ ਅਤੇ ਉਹ ਵਾਪਸ ਨਹੀਂ ਆਏ। ਨਾ ਮਜ਼ਦੂਰ ਵਾਪਸ ਆਏ। ਮੈਂ ਐਸੇ ਲੋਕਾਂ ਨੂੰ ਜਾਣਦਾ ਹੈ ਜਿਹੜੇ 35-35 ਸਾਲ ਇੱਥੋਂ ਜਾਣ ਤੋਂ ਬਾਅਦ ਪੰਜਾਬ 'ਚ ਵਾਪਸ ਨਹੀਂ ਆਏ ਸਨ, ਅਤੇ ਜਦੋਂ ਆਏ ਉਹ ਬਹੁਤ ਨਿਰਾਸ਼ ਹੋ ਕੇ ਗਏ ਅਤੇ ਜਾ ਕੇ ਕਹਿੰਦੇ ਕੀ ਕਰਨ ਜਾਣਾ ਜੀ ਉੱਥੇ। ਇਹ ਵੀ ਇੱਕ ਪ੍ਰਵਾਸ ਦਾ ਪੱਖ ਹੈ। ਉਸ ਤੋਂ ਬਾਅਦ 60ਵਿਆਂ ਦੇ ਅਖੀਰ 'ਚ ਜਾਂ 70ਵਿਆਂ 'ਚ ਸੈਮੀ ਪ੍ਰੋਫੈਸ਼ਨਲ ਲੋਕ, ਜਿਨ੍ਹਾਂ ਵਿੱਚ ਟੀਚਰਸ ਵਗੈਰਾ ਸੀ, ਇਹ ਗਏ ਬਾਹਰ। ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਉਹ ਤਾਂ ਸੈਮੀ ਪ੍ਰੋਫੈਸ਼ਨਲ ਸੀ, ਉਹਨਾਂ ਨੂੰ ਉੱਥੇ ਦੇ ਸਮਾਜ ਦੇ ਵਿੱਚ ਡਿਸਕ੍ਰੀਮੀਨੇਸ਼ਨ ਦਾ ਵੀ ਫੇਸ ਕਰਨਾ ਪਿਆ। ਉਹ ਜਿਹੜੇ ਵਿਤਕਰੇ ਸਨ ਉਹ ਫੇਸ ਕਰਨੇ ਪਏ, ਅਤੇ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜੇ ਸਾਡੇ ਬੱਚੇ ਨੇ ਉਹ ਟੌਪ ਦੇ ਪ੍ਰੋਫੈਸ਼ਨਲ ਹੋਣ, ਕਿਉਂਕਿ ਥੋੜ੍ਹੇ ਬਹੁਤ ਪੜ੍ਹੇ ਲਿਖੇ ਸਨ। ਉਹਨਾਂ ਨੇ ਆਪਣੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ ਉਹਦੇ ਉੱਤੇ ਬਹੁਤ ਧਿਆਨ ਦਿੱਤਾ, ਅਤੇ ਉਹਨਾਂ ਦੇ ਬੱਚੇ ਚੰਗੀਆਂ ਜੋਬਾਂ ਦੇ ਉੱਤੇ ਪਹੁੰਚ ਗਏ। ਉਸ ਤੋਂ ਬਾਅਦ ਫਿਰ ਉਹ ਪ੍ਰਵਾਸੀ ਨੇ ਜਿਹੜੇ ਸਾਡੇ ਵਰਗੇ, ਜਿਹੜੇ ਇੰਪੋਰਟਡ ਹਸਬੈਂਡ ਅਤੇ ਵਾਈਫਸ ਬਣ ਕੇ ਗਏ ਇੱਥੋਂ, ਜਿਹੜਾ 70ਵਿਆਂ ਦੇ ਅਖੀਰ ਅਤੇ 80 ਦੇ ਸ਼ੁਰੂ ਦੇ ਵਿੱਚ, ਇਹ ਉਹ ਲੋਕ ਲੈ ਕੇ ਗਏ ਆਪਣੇ ਬੱਚਿਆਂ ਵਾਸਤੇ ਰਿਸ਼ਤੇ, ਜਿਨ੍ਹਾਂ ਨੂੰ ਆਪ ਕੁਝ ਨਹੀਂ ਆਉਂਦਾ ਸੀ, ਬਿਲਕੁਲ ਅਨਪੜ੍ਹ ਸਨ। ਇਹ ਜਾਤੀ ਤਜਰਬੇ ਨੇ। ਉਹਨਾਂ ਨੂੰ ਸਿਰਫ 3 ਸ਼ਬਦ ਆਉਂਦੇ ਸਨ, ਮੁੰਡਾ ਡਾਕਟਰ ਹੋਵੇ, ਵਕੀਲ ਹੋਵੇ ਜਾਂ ਇੰਜੀਨੀਅਰ ਹੋਵੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇੰਜੀਨੀਅਰਿੰਗ ਦੇ ਕਿੰਨੀਆਂ ਕਲਾਸਾਂ ਹੁੰਦੀਆਂ, ਉਹਨਾਂ ਨੂੰ ਇਹ ਵੀ ਨਹੀਂ ਪਤਾ BA ਦੀਆਂ, ਗ੍ਰੈਜੂਏਟ ਦੀਆਂ ਕਿੰਨੀਆਂ ਕਲਾਸਾਂ ਹੁੰਦੀਆਂ, ਪਰ ਇਹਨਾਂ ਤਿੰਨਾਂ 'ਚੋਂ ਇੱਕ ਹੋਣਾ ਚਾਹੀਦਾ। ਬੇਸ਼ੱਕ ਆਪ ਉਹਨਾਂ ਦਾ ਪਰਿਵਾਰ ਬਿਲਕੁਲ ਅਨਪੜ੍ਹ ਸੀ। ਬੱਚੀਆਂ ਵਾਸਤੇ ਵੀ ਇੱਦਾਂ ਹੀ ਹੋਇਆ ਵੀ ਕੁੜੀ ਪੜ੍ਹੀ ਲਿਖੀ ਚਾਹੀਦੀ ਹੈ, ਪੜ੍ਹੀ ਬੇਸ਼ੱਕ ਘੱਟ ਹੋਵੇ, ਪਰ ਘਰ 'ਚ ਆ ਕੇ ਸੱਸ ਸਹੁਰੇ ਦੀ ਸੇਵਾ ਜ਼ਰੂਰ ਕਰਦੀ ਹੋਵੇ। ਅਤੇ ਉਸ ਪ੍ਰਵਾਸ ਨੇ, ਖਾਸ ਕਰਕੇ ਬੱਚੀਆਂ ਨੇ, ਬਹੁਤ ਔਖਾ ਸਮਾਂ ਕੱਢਿਆ। ਸਾਡੇ ਵਰਗੇ ਤਾਂ ਐਡਜਸਟ ਹੋ ਗਏ। ਉਹਨਾਂ ਦਿਨਾਂ 'ਚ ਇਹ ਗੱਲ ਮੰਨੀ ਜਾਂਦੀ ਸੀ
ਕਿ ਜਿਹਦਾ ਵਿਆਹ 1 ਸਾਲ ਤੋਂ ਵੱਧ ਚੱਲ ਗਿਆ ਸਮਝੋ ਕਿ ਇਹ ਹੁਣ ਜ਼ਿੰਦਗੀ ਭਰ ਚੱਲ ਜਾਊਗਾ। ਉਹਦਾ ਮਤਲਬ ਇਹ ਹੁੰਦਾ ਸੀ ਕਿ ਸਾਲ ਬਾਅਦ ਵਿਆਹ ਤੋਂ ਬਾਅਦ ਇਕੱਠੇ ਰਹਿਣ ਤੋਂ ਮਗਰੋਂ ਤੁਹਾਨੂੰ ਪਰਮਾਨੈਂਟ ਸਟੇ ਮਿਲ ਜਾਂਦੀ ਸੀ। ਅਤੇ ਮੋਸਟਲੀ ਜਿਹੜੇ ਕੇਸਿਸ ਹੁੰਦੇ ਸਨ ਸਾਲ ਹੁੰਦਿਆਂ ਹੀ ਜਦੋਂ ਪਾਸਪੋਰਟ 'ਤੇ ਸਟੈਂਪ ਲੱਗਦੀ ਨਾ ਪਰਮਾਨੈਂਟ ਸਟੇ ਦੀ, ਅਤੇ ਉਹ ਇੱਕ ਦੂਜੇ ਤੋਂ ਅੱਡ ਹੋ ਜਾਂਦੇ ਸਨ। ਬੱਚੀਆਂ ਦੇ ਨਾਲ ਬਹੁਤ ਹੋਇਆ, ਪਰ ਉਹਦਾ ਕੀ ਬਣੀ ਗੱਲ, ਜਿਹੜਾ ਇਹਨਾਂ ਗੱਲਾਂ ਦਾ ਅਸਰ ਬੜਾ ਪਿਆ ਸੁਸਾਇਟੀ ਦੇ ਵਿੱਚ। ਜਿਹੜੀ ਸਾਡੀ ਜਨਰੇਸ਼ਨ ਸੀ, ਜਿਹੜੇ ਸਾਡੇ ਬੱਚੇ ਸਨ, ਉੱਥੇ ਅਸੀਂ ਇਹ ਕੋਸ਼ਿਸ਼ ਕੀਤੀ ਕਿ ਇਹ ਬੱਚੇ ਇੱਥੇ ਵੀ ਚੰਗੀ ਤਰ੍ਹਾਂ ਪੜ੍ਹ ਜਾਣ ਅਤੇ ਆਪਣੇ ਪਿੱਛੇ ਨਾਲ ਵੀ ਜੁੜੇ ਰਹਿਣ। ਉਹ ਜਿਹੜੇ ਬੱਚੇ ਸਨ ਉਹ ਬਹੁਤ ਹਾਈ ਪੋਸਟਾਂ ਦੇ ਉੱਤੇ ਪਹੁੰਚੇ। ਜੇ ਕਿਸੇ ਨੇ ਕਾਰੋਬਾਰ ਕੀਤਾ ਤਾਂ ਉਹ ਵੀ ਟੌਪ ਦਾ ਕੀਤਾ, ਜੇ ਕਿਸੇ ਨੇ ਜੌਬ ਕੀਤੀ ਤਾਂ ਉਹ ਵੀ ਪੂਰੀ ਟੌਪ ਦੀ ਕੀਤੀ, ਜੇ ਕੋਈ ਹੋਰ ਕੰਮ ਕੀਤਾ ਤਾਂ ਉਹ ਵੀ ਸਿਰੇ ਦਾ ਕੀਤਾ। ਜਿਹੜੇ ਕੁਝ ਪਰਸੈਂਟੇਜ ਰਹਿ ਗਏ ਥੋੜ੍ਹੀ ਗਿਣਤੀ 'ਚ, ਉਹ ਫਿਰ ਕਿਸੇ ਪਾਸੇ ਜੋਗੇ ਵੀ ਨਹੀਂ, ਕੋਈ ਡਰੱਗਸ ਲੱਗ ਗਿਆ, ਕੋਈ ਕਿਤੇ ਪਾਸੇ ਚੱਲ ਗਿਆ, ਕਿਉਂਕਿ ਇਹੋ ਜਿਹੇ ਸੁਸਾਇਟੀ 'ਚ ਹੁੰਦੇ ਨੇ। ਹੁਣ ਜਦੋਂ ਇਹ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਲੋਕਾਂ ਨੇ ਉੱਥੇ ਜਾ ਕੇ ਪੰਜਾਬੀ ਦਾ ਖਹਿੜਾ ਨਹੀਂ ਛੱਡਿਆ, ਕਿਉਂ ਗੱਲ ਪੰਜਾਬੀ ਦੀ ਇਸ ਅੱਜ ਦੇ ਏਜੰਡੇ ਦੇ ਵਿੱਚ ਹੈ। ਪਹਿਲੇ ਮਾਂ-ਬਾਪ ਜਿਹੜੇ ਗਏ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਕੋਈ ਨਹੀਂ ਸੀ, ਉਹਨਾਂ ਦੀ ਮਜਬੂਰੀ ਸੀ, ਉਹਨਾਂ ਨੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਈ। ਦੂਸਰੇ ਪੋਚ ਦੇ ਜਿਹੜੇ ਲੋਕ ਸਨ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਈ, ਅੰਗਰੇਜ਼ੀ 'ਤੇ ਜ਼ੋਰ ਦਿੱਤਾ। ਜਿਹੜੇ ਤੀਸਰੀ ਕਿਸਮ ਦੇ ਸਨ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਬੱਚੇ ਪੰਜਾਬੀ ਵੀ ਪੜ੍ਹਨ। ਪਹਿਲਾਂ ਜੇ ਮੈਂ ਸਿਰਫ ਇੰਗਲੈਂਡ ਦੀ ਗੱਲ ਕਰਾਂ ਤਾਂ ਪੰਜਾਬੀ ਗੁਰਦੁਆਰਿਆਂ 'ਚ ਪੜ੍ਹਾਈ ਜਾਂਦੀ ਸੀ। ਕੁਝ ਇੱਕ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਕਲਾਸਿਸ ਸੀ ਬਹੁਤ ਚੰਗੇ ਢੰਗ ਨਾਲ ਚੱਲਦੀਆਂ ਸਨ। ਉਹਦਾ ਕਾਰਨ ਇਹ ਸੀ ਕਿ 70ਵਿਆਂ ਦੇ ਵਿੱਚ ਜਿਹੜੇ ਇੱਥੋਂ ਟੀਚਰਸ ਲੋਕ ਗਏ, ਜਿਨ੍ਹਾਂ ਪ੍ਰਬੰਧਕਾਂ ਨੇ ਉਹਨਾਂ ਨੂੰ ਅਪਰੋਚ ਕਰਕੇ ਪੰਜਾਬੀ ਸਕੂਲ ਸੰਭਾਲ ਦਿੱਤੇ, ਉਹਨਾਂ ਨੇ ਬਹੁਤ ਵਧੀਆ ਪੰਜਾਬੀ ਉਹਨਾਂ ਬੱਚਿਆਂ ਨੂੰ ਸਿਖਾਈ। ਮੇਰੀ ਜਿਹੜੀ ਘਰ ਵਾਲੀ ਹੈ ਉਸ ਪੋਚ ਵਿੱਚ ਪੜ੍ਹੀ ਹੋਈ ਪੰਜਾਬੀ ਵਾਲੀ ਹੈ, ਅਤੇ ਕਈ ਵਾਰੀ ਉਹ ਪੰਜਾਬੀ ਦੇ ਐਸੇ ਸ਼ਬਦ ਬੋਲਦੀ ਹੈ ਜਿਹੜੇ ਸਾਨੂੰ ਸੁਣਿਆਂ ਨੂੰ ਮੁੱਦਤਾਂ ਹੋ ਜਾਂਦੀਆਂ, ਕਿਉਂਕਿ ਉਹ ਉਹਨਾਂ ਨੇ ਬਹੁਤ ਮਿਹਨਤ ਨਾਲ ਉਹਨਾਂ ਨੂੰ ਪੰਜਾਬੀ ਪੜ੍ਹਾਇਆ। ਅਤੇ ਕਈ ਗੁਰਦੁਆਰਿਆਂ ਵਾਲਿਆਂ ਨੇ ਸਾਧਾਂ ਨੂੰ ਮੱਥੇ ਟਿਕਵਾ ਕੇ ਅਤੇ ਲੰਗਰ ਛਕਾ ਕੇ ਘਰਾਂ ਨੂੰ ਭੇਜ ਦਿੱਤਾ, ਉਹ ਕਿਸੇ ਪਾਸੇ ਜੋਗੇ ਨਹੀਂ ਰਹੇ। ਅੱਜ ਪੰਜਾਬੀ ਬੋਲਣ ਵਾਲੇ ਲੋਕ ਸੈਂਸਸ ਬੇਸਡ ਅਤੇ ਉਹਦੀ ਪ੍ਰੋਜੈਕਸ਼ਨ ਬੇਸਡ, ਕਿਉਂਕਿ ਸੈਂਸਸ ਹਮੇਸ਼ਾ ਇੱਕ ਵਾਰੀ ਨਹੀਂ ਹੁੰਦਾ, 14.8 ਕਰੋੜ ਹੈ, 14.8 ਕਰੋੜ ਲੋਕ ਸੰਸਾਰ ਦੇ ਵਿੱਚ ਪੰਜਾਬੀ ਬੋਲਦੇ ਹੈ। ਉਹਦੇ ਵਿੱਚ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਉਹ ਪਾਕਿਸਤਾਨ ਦੀ ਹੈ। ਪਾਕਿਸਤਾਨ ਦੀ ਜਿਹੜੀ ਟੋਟਲ ਪਾਪੂਲੇਸ਼ਨ ਹੈ ਉਹਦਾ 48% 10.6 ਕਰੋੜ ਲੋਕ ਪੰਜਾਬੀ ਬੋਲਦੇ ਆ। ਭਾਰਤ ਵਿੱਚ 3.87 3 ਕਰੋੜ 87 ਲੱਖ ਲੋਕ ਜਿਹੜੇ ਨੇ, ਇਹ ਸੈਂਸਸ ਫਿਗਰਸ ਨੇ ਜਾਂ ਉਹਦੀ ਜਿਹੜੀ ਪ੍ਰੋਜੈਕਸ਼ਨ ਕੀਤੀ ਹੋਈ ਹੈ ਉਹ ਫਿਗਰ ਹੈ। ਕੈਨੇਡਾ ਦੇ ਵਿੱਚ ਜਿਹੜੀ ਟੋਟਲ ਬੱਸੋਂ ਆ, ਕੈਨੇਡਾ ਦੀ ਟੋਟਲ ਬੱਸੋਂ, ਜਸਟ ਇਮੈਜਿਨ ਦੈਟ, ਉਹਦਾ 2% ਲੋਕ ਜਿਹੜੇ ਨੇ ਉਹ ਪੰਜਾਬੀ ਬੋਲਦੇ ਨੇ, ਅਤੇ ਉਹਨਾਂ ਦੀ ਗਿਣਤੀ 66 ਲੱਖ 8 ਹਜ਼ਾਰ ਹੈ। ਤੀਸਰੇ ਨੰਬਰ 'ਤੇ ਇੰਗਲੈਂਡ ਆਉਂਦਾ, ਜਿੱਥੇ ਤਕਰੀਬਨ 7 ਲੱਖ ਲੋਕ ਪੰਜਾਬੀ ਬੋਲਦੇ ਆ। ਜਦੋਂ ਅਸੀਂ ਇਹਨਾਂ ਦੀ ਗਿਣਤੀ ਕਰਦੇ ਹਾਂ ਪੰਜਾਬੀ ਬੋਲਣ ਵਾਲਿਆਂ ਦੀ, ਤੇ ਕਾਫੀ ਵੱਡੀ ਗਿਣਤੀ ਹੈ। ਔਰ ਉਹਨਾਂ ਨੇ ਪੰਜਾਬੀ ਵਾਸਤੇ ਪਹਿਲਾਂ ਗੁਰਦੁਆਰੇ ਤੋਂ ਸ਼ੁਰੂ ਹੋਈ, ਫਿਰ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਣ ਲੱਗੀ। ਬਹੁਤ ਸਾਰੇ ਸਕੂਲਾਂ ਦੇ ਵਿੱਚ A ਲੈਵਲ ਅਤੇ O ਲੈਵਲ, ਉਦੋਂ O ਲੈਵਲ ਅਤੇ A ਲੈਵਲ ਹੁੰਦੇ ਸੀਗੇ। O ਲੈਵਲ 10ਵੀਂ ਤੱਕ ਆਪਾਂ ਮੰਨ ਲਈਏ ਅਤੇ A ਲੈਵਲ 10+2 ਤੱਕ ਕਰ ਲਈਏ, ਅਤੇ ਉਹ 'ਚ 1 ਸਾਲ ਹੋਰ ਜੋੜ ਦਈਏ। ਮਤਲਬ ਜਿਹੜਾ O ਲੈਵਲ ਹੈ ਉਹ ਤਕਰੀਬਨ 17 ਸਾਲ ਤੱਕ, ਅਤੇ A ਲੈਵਲ ਜਿਹੜਾ ਹੈ ਉਹ 19 ਸਾਲ ਦੀ ਉਮਰ ਤੱਕ। ਬਹੁਤ ਸਾਰੇ ਲੋਕਾਂ ਨੇ ਉੱਦਮ ਕਰਕੇ ਸਕੂਲਾਂ ਦੇ ਵਿੱਚ ਉਹਦੀ ਜਿਹੜੀ ਪ੍ਰੋਪਰ ਕੁਆਲੀਫਿਕੇਸ਼ਨ ਹੈ ਉਹ ਐਸਟੈਬਲਿਸ਼ ਕਰਵਾਈ, A ਲੈਵਲ ਅਤੇ O ਲੈਵਲ। ਅਤੇ ਜਦੋਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਹੁੰਦਾ ਹੈ, ਇੱਥੇ ਵਾਂਗੂ ਨਹੀਂ ਹੈ ਸ਼ਾਇਦ, ਇੱਥੇ ਤੁਸੀਂ ਜੇ ਕੋਈ ਜ਼ਿਆਦਾ ਪੈਸੇ ਹੋਣ ਅਤੇ ਭਾਵੇਂ ਕਾਬਲ ਨਾ ਵੀ ਹੋਵੇ ਤਾਂ ਵੀ ਐਡਮਿਸ਼ਨ ਸ਼ਾਇਦ ਮਿਲ ਸਕਦਾ ਹੈ, ਬਾਹਰ ਨਹੀਂ ਮਿਲਦਾ। ਉੱਥੇ ਬੱਚਿਆਂ ਨੂੰ ਪਹਿਲਾਂ ਹੀ ਅਪਲਾਈ ਕਰਨਾ ਪੈਂਦਾ। ਜਦੋਂ ਟੀਚਰਸ ਉਹਨਾਂ ਨੂੰ ਪ੍ਰੋਜੈਕਸ਼ਨ ਦਿੰਦੇ ਨੇ ਕਿ ਇਹਨਾਂ ਦੇ ਇਹ ਗ੍ਰੇਡ ਆਉਣੇ A B C D, ਉਹਦੇ ਮੁਤਾਬਕ ਯੂਨੀਵਰਸਿਟੀਜ਼ ਜਿਹੜੀਆਂ ਉਹਨਾਂ ਨੂੰ ਐਡਮਿਸ਼ਨ ਐਗਰੀ ਕਰਦੀਆਂ ਅਤੇ ਰਿਜ਼ਲਟ ਆਉਣ ਤੋਂ ਬਾਅਦ ਕਨਫਰਮ ਕਰਦੀਆਂ। ਉਹਦੇ ਵਿੱਚ ਜਿਹੜਾ ਪੰਜਾਬੀ ਦਾ A ਲੈਵਲ ਸੀਗਾ, ਬੜੀ ਮਿਹਨਤ ਕਰਨ ਤੋਂ ਬਾਅਦ ਯੂਨੀਵਰਸਿਟੀ ਐਡਮਿਸ਼ਨ ਦੇ ਵਿੱਚ ਉਹਦੀ ਜਿਹੜੀ ਕੰਸੀਡਰੇਸ਼ਨ ਹੈ ਉਹ ਦਰਜ ਕਰਵਾਈ ਗਈ। ਜੇ 4 A ਲੈਵਲਸ ਚਾਹੀਦੇ ਨੇ ਅਤੇ 4 ਦੇ ਵਿੱਚੋਂ ਜੇ ਇੱਕ ਪੰਜਾਬੀ ਕੀਤੀ ਹੋਈ ਹੈ ਅਤੇ ਉਹ 4 ਦੇ ਵਿੱਚ ਉਹਦੀ ਗਿਣਤੀ ਹੋਵੇਗੀ। ਇਹ ਉੱਥੇ ਸਾਡੀ ਬਹੁਤ ਵੱਡੀ ਪ੍ਰਾਪਤੀ ਸੀ।